मैं हाँ बलिंदर सिंह मेहमानी ਤੁਸੀਂ ਵੇਖ ਰਹੇ ਹੋ ਮੇਰੇ ਨਾਲ ਸਪੈਸ਼ਲ ਰਿਪੋਰਟ। ਅੱਜ ਅਸੀਂ ਗੱਲ ਕਰਾਂਗੇ ਤੁਹਾਡੀ ਸਾਡੀ। ਜੀ ਹਾਂ, ਜਦੋਂ ਅਸੀਂ ਮਾਰਕੀਟ ਵਿੱਚ ਪਹੁੰਚਦੇ ਹਾਂ, ਕੋਈ ਸਮਾਨ ਲੈਣਾ, ਕੋਈ ਪ੍ਰੋਡਕਟ ਖਰੀਦਦੇ ਹਾਂ ਤਾਂ ਅਸੀਂ ਬਣ ਜਾਂਦੇ ਹਾਂ ਗਾਹਕ। ਅਤੇ ਫਿਰ ਗਾਹਕ ਦੀਆਂ ਕੀ ਜ਼ਿੰਮੇਵਾਰੀਆਂ ਨੇ, ਗਾਹਕ ਕਿਸ ਤਰ੍ਹਾਂ ਆਪਣੇ ਜਿਹੜੇ ਚੁਣੇ ਹੋਏ ਪ੍ਰੋਡਕਟਸ ਦੀ ਜੇਕਰ ਸ਼ਿਕਾਇਤ ਕਰਨਾ ਚਾਹੁੰਦਾ ਤਾਂ ਕਿਸ ਤਰ੍ਹਾਂ ਕਰ ਸਕਦਾ ਹੈ ਅਤੇ ਕੀ ਫਾਇਦੇ ਇਸ ਸਮੇਂ ਕੇਂਦਰ ਸਰਕਾਰ ਵੱਲੋਂ ਗਾਹਕਾਂ ਨੂੰ ਦਿੱਤੇ ਜਾ ਰਹੇ ਨੇ, ਕਿਉਂਕਿ ਬੀਤੇ ਦਿਨੇ ਹੀ ਇੱਕ ਅਜਿਹਾ ਐਕਟ ਲਾਗੂ ਕਰ ਦਿੱਤਾ ਗਿਆ ਹੈ ਜੋ ਕਿ ਗਾਹਕਾਂ ਦੇ ਲਈ ਹੀ ਸਪੈਸ਼ਲ ਤੌਰ ਤੇ ਇਹ ਮੌਜੂਦ ਬਣਾਇਆ ਗਿਆ। ਕਿਉਂਕਿ ਪਿਛਲੇ ਸਾਲ ਅਗਸਤ ਮਹੀਨੇ ਵਿੱਚ 2019 ਦੀ ਜੇਕਰ ਗੱਲ ਕਰੀਏਗਾ ਤਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਇਸ ਐਕਟ ਨੂੰ ਪਾਸ ਤਾਂ ਕਰ ਦਿੱਤਾ ਗਿਆ ਸੀ ਪਰ ਲਾਗੂ ਨਹੀਂ ਸੀ ਹੋਇਆ। ਪਰ ਹੁਣ ਬੀਤੇ ਦਿਨ ਯਾਨੀ ਕਿ 20 ਜੁਲਾਈ ਤੋਂ ਇਸ ਐਕਟ ਨੂੰ ਲਾਗੂ ਕਰ ਦਿੱਤਾ ਗਿਆ। ਕੀ ਇਸ ਵਿੱਚ ਬਾਰੀਕੀਆਂ ਨੇ, ਕੀ ਖਾਮੀਆਂ ਪਾਈਆਂ ਜਾ ਰਹੀਆਂ ਸਨ ਜਿਨ੍ਹਾਂ ਨੂੰ ਹੁਣ ਸੋਧ ਕਰ ਦਿੱਤਾ ਗਿਆ, ਇਸ ਤੋਂ ਇਲਾਵਾ ਕਿਸ ਤਰ੍ਹਾਂ ਗਾਹਕਾਂ ਨੂੰ ਵੱਧ ਤੋਂ ਵੱਧ ਮੁਨਾਫਾ ਦਿੱਤਾ ਜਾ ਰਿਹਾ ਹੈ, ਇਸ ਸਭ ਬਾਰੇ ਅਸੀਂ ਗੱਲ ਕਰਾਂਗੇ ਔਰ ਜਾਣਾਂਗੇ ਬਾਰੀਕੀਆਂ ਗਾਹਕਾਂ ਦੀਆਂ, ਤੁਹਾਨੂੰ ਦੱਸਾਂਗੇ। ਔਰ ਮੇਰੇ ਨਾਲ ਮੌਜੂਦ ਹੋਣਗੇ ਹਰਪ੍ਰੀਤ ਸਿੰਘ ਪੋਪਲੀ ਜੀ ਜੋ ਕਿ ਸੁਪਰੀਮ ਕੋਰਟ ਹਾਈ ਕੋਰਟ ਦੇ ਮੰਨੇ ਪਰਮੰਨੇ ਵਕੀਲ ਅੱਜ ਸਾਡੇ ਨਾਲ ਮੌਜੂਦ ਨੇ। ਪੋਪਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਵਿੱਚ, ਸਪੈਸ਼ਲ ਰਿਪੋਰਟ ਵਿੱਚ। ਸਪੈਸ਼ਲ ਇਸ ਕਰਕੇ ਵੀ ਹੈ ਕਿਉਂਕਿ ਅਸੀਂ ਅੱਜ ਗਾਹਕਾਂ ਦੀ ਗੱਲ ਕਰਾਂਗੇ। ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਕਿ ਇਹ ਜਿਹੜਾ ਐਕਟ ਹੁਣ ਪਾਸ ਕਰ ਦਿੱਤਾ ਗਿਆ ਹੈ, ਇਸ ਦੀ ਜ਼ਰੂਰਤ ਕਿਉਂ ਮਹਿਸੂਸ ਕੀਤੀ ਜਾ ਰਹੀ ਸੀ? ਕਿਉਂਕਿ ਐਕਟ ਤਾਂ ਪਹਿਲਾਂ ਵੀ ਸੀ ਜੋ ਕਿ ਤਕਰੀਬਨ ਪਿਛਲੇ 38 ਸਾਲਾਂ ਤੋਂ ਲਗਾਤਾਰ ਗਾਹਕਾਂ ਨੂੰ ਦਿੱਤਾ ਜਾ ਰਿਹਾ ਸੀ, ਗਾਹਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਪਰ ਜੋ ਬੀਤੇ ਦਿਨ ਤੋਂ ਹੁਣ ਇਹ ਜਿਹੜਾ ਐਕਟ ਜਿਹੜਾ ਲਾਗੂ ਕੀਤਾ ਗਿਆ, ਇਸ ਦੀ ਕੀ ਜ਼ਰੂਰਤ ਸੀ ਔਰ ਕੀ ਬਾਰੀਕੀਆਂ ਇਸ ਵਿੱਚ ਤੁਸੀਂ ਸਮਝਦੇ ਹੋ ਹੈਗੀਆਂ ਨੇ? ਦੇਖੋ ਜੀ, ਪਿਛਲੇ ਕਈ ਦਸ਼ਕਾਂ ਤੋਂ ਜਿਹੜਾ ਪੁਰਾਣਾ ਵਾਲਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਚੱਲ ਰਿਹਾ ਸੀਗਾ ਉਹ ਬਹੁਤ ਜ਼ਿਆਦਾ ਰਿਡੰਡੈਂਟ ਹੋ ਗਿਆ ਸੀ, ਬਹੁਤ ਜ਼ਿਆਦਾ ਪੁਰਾਣਾ ਹੋ ਚੁੱਕਾ ਸੀਗਾ। ਜਿਹੜੀ ਨਵੀਂ ਸੋਚ ਹੈਗੀ ਹੈ, ਜਿਹੜੀ ਨਵੀਂ ਮਾਰਕੀਟਿੰਗ ਸਟ੍ਰੈਟੇਜੀਜ਼ ਨੇ, ਜਿਵੇਂ ਨਵੇਂ ਸੇਲ ਵੇਚਣ ਦੇ ਤੇ ਖਰੀਦਣ ਦੇ ਤਰੀਕੇ ਨੇ ਜੀ, ਉਹ ਸਾਰੇ ਉਸ ਤੋਂ ਬਾਅਦ ਆਏ ਨੇ। ਜਿਵੇਂ ਆਨਲਾਈਨ ਮਾਰਕੀਟਿੰਗ ਹੈ, ਆਨਲਾਈਨ ਸੇਲ ਹੈ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪੁਰਾਣੇ ਜਿਹੜੇ ਸਾਰੇ ਐਕਟ ਦੇ ਵਿੱਚ ਖਾਮੀਆਂ ਸੀਗੀਆਂ ਜੀ, ਉਹਨੂੰ ਪੂਰਾ ਕਰਕੇ ਖਤਮ ਕਰਕੇ ਇਹ ਨਵਾਂ ਐਕਟ ਬਹੁਤ ਅੱਛਾ ਬਣਾਇਆ ਗਿਆ ਹੈ, ਜਿਹਦੇ ਨਾਲ ਬਿਲਕੁਲ ਸਾਬਿਤ ਹੁੰਦਾ ਹੈ ਕਿ ਕੰਜ਼ਿਊਮਰ ਪ੍ਰਧਾਨ ਹੈ। ਜੀ, ਹੁਣ ਤੁਸੀਂ ਕਹਿ ਰਹੇ ਕਿ ਕੰਜ਼ਿਊਮਰ ਪ੍ਰਧਾਨ ਹੈ, ਪਰ ਕੰਜ਼ਿਊਮਰਸ ਨੂੰ ਕਿਹੜੀਆਂ ਹੁਣ ਇਸ ਸਮੇਂ ਜਿਹੜੀਆਂ ਨੇ ਫਾਇਦੇ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਵਿੱਚ? ਇਹ ਨਵਾਂ ਜਿਹੜਾ ਐਕਟ ਹੈ ਨਾ, ਇਹ ਇੱਕ ਚੀਜ਼ ਨਹੀਂ, ਇਹ ਪੂਰਾ ਬੁਕੇ ਲੈ ਕੇ ਆਇਆ ਹੈ ਕੰਜ਼ਿਊਮਰਸ ਲਈ। ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਕੰਜ਼ਿਊਮਰਸ ਨੂੰ ਬੈਨੀਫਿਟ ਕਰ ਬੈਠੇ ਦੇਣ ਵਾਲੀ ਗੱਲ ਹੈਗੀ ਹੈ। ਜੇ ਗੱਲ ਕਰੀਏ ਤੇ ਇੱਕ ਨਵੀਂ ਅਥਾਰਟੀ ਬਣਾਈ ਗਈ ਹੈ ਜਿਹਦੇ ਨਾਲ ਕੰਜ਼ਿਊਮਰਸ ਦਾ ਬਹੁਤ ਜ਼ਿਆਦਾ ਬੈਨੀਫਿਟ ਹੋ ਸਕਦਾ। ਪਿਕਿਊਨਰੀ ਜੁਰਿਸਡਿਕਸ਼ਨ ਦੀ ਗੱਲ ਕਰੀਏ ਕਿ ਤੁਹਾਡੇ ਘਰ ਦੇ ਨੇੜੇ ਜਿਹੜਾ ਕੰਜ਼ਿਊਮਰ ਫੋਰਮ ਹੈਗਾ ਉਹਦੇ ਵਿੱਚ ਜਿੰਨੀ ਤੁਸੀਂ ਪਹਿਲੇ 20 ਲੱਖ ਤੱਕ ਕਰ ਸਕਦੀ ਸੀ ਕੰਪਲੇਂਟ ਫਾਈਲ, ਹੁਣ 1 ਕਰੋੜ ਤੱਕ ਕਰ ਸਕਦੇ ਹੋ। ਤਾਂ ਇੱਕ ਨਹੀਂ, ਇਹਦੇ 'ਚ ਬੜੇ ਫਾਇਦੇ ਮਿਲੇ ਨੇ ਜਿਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਹੀ ਦੱਸਣਾ ਚਾਹਾਂਗਾ। ਬਿਲਕੁਲ, ਉਹੀ ਅਸੀਂ ਡਿਟੇਲ ਅਸੀਂ ਗੱਲ ਕਰ ਰਹੇ ਹਾਂ। ਅੱਜ ਕੱਲ੍ਹ ਦੀ ਅਸੀਂ ਜਨਰੇਸ਼ਨ ਦੀ ਗੱਲ ਕਰੀਏ ਤਾਂ ਅੱਜ ਜਿਹੜੀ ਜਨਰੇਸ਼ਨ ਹੈ ਉਹ ਈ ਕਮਰਸ ਵੱਲ ਵੱਧ ਰਹੀ ਹੈ। ਈ ਕਮਰਸ ਟ੍ਰਾਂਜੈਕਸ਼ਨਸ ਨੂੰ ਵੀ ਕੀ ਇਸ ਵਿੱਚ ਕਵਰ ਕੀਤਾ ਗਿਆ? ਕਿਉਂਕਿ ਪਹਿਲਾਂ ਜਿੱਥੇ ਤੱਕ ਸੀਗਾ ਕਿ ਈ ਕਮਰਸ ਟ੍ਰਾਂਜੈਕਸ਼ਨਸ ਜਿਹੜੀਆਂ ਸੀ ਇਸ ਵਿੱਚ ਕਵਰ ਨਹੀਂ ਸੀ, ਹੁਣ ਕੀ ਪ੍ਰਾਵਧਾਨ ਹੈਗਾ? ਇਹ ਬਿਲਕੁਲ ਹੀ ਤੁਹਾਡਾ ਠੀਕ ਸਵਾਲ ਹੈਗਾ ਜੀ। ਜਿਹੜੀ ਈ ਕਾਮਰਸ ਦੀ ਟ੍ਰਾਂਜੈਕਸ਼ਨ ਸੀਗੀਆਂ ਉਹ ਪਹਿਲੇ ਪਿਛਲੇ ਕੰਜ਼ਿਊਮਰ ਐਕਟ ਵਿੱਚ ਨਹੀਂ ਸੀਗੀਆਂ ਕਵਰਡ। ਹੁਣ ਪਹਿਲੀ ਵਾਰ ਹੋਇਆ ਕਿ ਇਹ ਸਾਰੀ ਈ ਕਾਮਰਸ ਟ੍ਰਾਂਜੈਕਸ਼ਨ, ਜਿਵੇਂ ਤੁਸੀਂ ਆਨਲਾਈਨ ਜਾ ਕੇ ਤੁਸੀਂ ਕੋਈ ਖਰੀਦਦੇ ਹੋ, ਭਾਵੇਂ ਉਹ ਕਿਹੜੀ ਵੀ ਵੈਬਸਾਈਟ ਤੋਂ ਹੋਵੇ, ਚਾਹੇ ਉਹ ਐਮਾਜ਼ੋਨ ਹੋਵੇ, ਚਾਹੇ ਉਹ ਫਲਿੱਪਕਾਰਟ ਹੋਵੇ, ਭਾਵੇਂ ਉਹ ਸਨੈਪਡੀਲ, ਕਿਸੇ ਵੀ ਫੋਰਮ ਤੋਂ ਤੁਸੀਂ ਆਨਲਾਈਨ ਕੋਈ ਵੀ ਚੀਜ਼ ਖਰੀਦਦੇ ਹੋ ਤੇ ਉਹ ਖਰੀਦਦਾਰੀ ਨਾਲ ਤੁਸੀਂ ਕੰਜ਼ਿਊਮਰ ਬਣ ਜਾਂਦੇ ਹੋ, ਗਾਹਕ ਬਣ ਜਾਂਦੇ ਹੋ। ਤੇ ਉਹ ਜਿਹੜੇ ਤੁਸੀਂ ਗਾਹਕ ਬਣਦੇ ਹੋ ਉਹਨੂੰ ਉਹ ਵੀ ਕਵਰਡ ਹੈਗਾ ਹੈ ਇਸ ਕੰਜ਼ਿਊਮਰ ਐਕਟ ਵਿੱਚ, ਜਿਹੜਾ ਪਿਛਲੇ ਵਾਲੇ 'ਚ ਨਹੀਂ ਸੀਗਾ। ਤੇ ਇਹ ਬੜੀ ਹੀ ਨਈ ਇੱਕ ਇਹਨਾਂ ਨੇ ਕੰਜ਼ਿਊਮਰ ਦੀ ਡੈਫੀਨੇਸ਼ਨ ਸਰਕਾਰ ਨੇ ਵਧਾ ਕੇ ਈ ਕਾਮਰਸ ਨੂੰ ਜਿਹੜਾ ਲੈ ਕੇ ਆਏ ਨੇ, ਉਹਦੇ ਨਾਲ ਕੰਜ਼ਿਊਮਰਸ ਦਾ ਬਹੁਤ ਫਾਇਦਾ ਹੋਵੇਗਾ ਕਿਉਂਕਿ ਜਿਹੜੇ ਕੰਜ਼ਿਊਮਰ ਐਕਟ ਦੇ ਵਿੱਚ ਸਾਰੇ ਬੈਨੀਫਿਟਸ ਹੈਗੇ ਨੇ ਉਹ ਸਾਰੇ ਗਾਹਕਾਂ ਨੂੰ ਮਿਲ ਪਾਉਣਗੇ ਜੀ। ਨਾਲ ਹੀ ਜੇਕਰ ਅਸੀਂ ਜੁਰਿਸਡਿਕਸ਼ਨ ਇਨਹਾਂਸਮੈਂਟ ਦੀ ਗੱਲ ਕਰੀਏ ਤਾਂ ਪਹਿਲਾਂ ਇਹ ਗੱਲ ਸਾਹਮਣੇ ਸੀਗੀ ਕਿ ਜੇਕਰ ਅਸੀਂ ਪ੍ਰੋਡਕਟ ਦਿੱਲੀ ਤੋਂ ਖਰੀਦਿਆ ਜਾਂ ਅਸੀਂ ਪਟਿਆਲਾ ਤੋਂ ਖਰੀਦਿਆ ਤਾਂ ਉਸ ਦੀ ਜਿਹੜੀ ਸੁਣਵਾਈ ਸੀ ਉਹ ਕਿਤੇ ਜੈਪੁਰ ਜਾ ਕੇ ਹੋ ਰਹੀ ਸੀਗੀ। ਕੀ ਅੱਜ ਗਾਹਕਾਂ ਨੂੰ ਇਹ ਸਹੂਲਤ ਹੈਗੀ ਹੈ ਕਿ ਜੇਕਰ ਗਾਹਕ ਪਟਿਆਲਾ ਰਹਿੰਦਾ, ਜਲੰਧਰ ਰਹਿੰਦਾ ਤਾਂ ਆਪਣੇ ਉਹ ਨਜ਼ਦੀਕੀ ਅਦਾਲਤ ਵਿੱਚ ਇਸ ਦਾ ਕੋਈ ਕੇਸ ਫਾਈਲ ਕਰ ਸਕੇ ਔਰ ਉੱਥੇ ਹੀ ਇਸ ਦੀ ਸੁਣਵਾਈ ਹੋਵੇ? ਮੈਂ ਨਾ ਇਹਦਾ ਆਨਸਰ ਤੁਹਾਨੂੰ ਇੱਕ ਛੋਟੇ ਜਿਹੇ ਐਗਜ਼ਾਮਪਲ ਨਾਲ ਦੇਣਾ, ਬਿਲਕੁਲ, ਜਿਹਦੇ ਕਰਕੇ ਤੁਸੀਂ ਤੇ ਸਾਡੇ ਜਿਹੜੇ ਸਾਰੇ ਸਰੋਤੇ ਨੇ ਉਹ ਇਹਨੂੰ ਆਰਾਮ ਨਾਲ ਅੱਛੀ ਤਰ੍ਹਾਂ ਸਮਝ ਸਕਣ। ਜਿਵੇਂ ਪਹਿਲੇ ਮੈਂ ਕੋਈ ਜਿਵੇਂ ਗੱਡੀ ਖਰੀਦਣੇ ਆ, ਮੈਂ ਦਿੱਲੀ ਤੋਂ ਜਾ ਕੇ ਮੈਂ ਕਰਨਾਲ ਤੋਂ ਲੈ ਲੈਣਾ ਕਿਉਂਕਿ ਮੈਨੂੰ ਉੱਥੋਂ ਜ਼ਿਆਦਾ ਡਿਸਕਾਊਂਟ ਮਿਲਦਾ ਸੀਗਾ। ਮੈਂ ਉੱਥੋਂ ਗੱਡੀ ਲਈ ਪਹਿਲੇ ਕੰਜ਼ਿਊਮਰ ਐਕਟ ਦੇ ਵਿੱਚ ਤੁਹਾਨੂੰ ਜਿੱਥੋਂ
ਜਿੱਥੇ ਉਹ ਖਰੀਦੀ ਗਈ ਹੈ ਜਾਂ ਤਾਂ ਤੁਹਾਨੂੰ ਉੱਥੇ ਜਾ ਕੇ ਕੇਸ ਪਾਉਣਾ ਪੈਂਦਾ ਸੀਗਾ ਜਾਂ ਜਿੱਥੇ ਕਾਜ਼ ਆਫ ਐਕਸ਼ਨ ਹੈ ਉਸ ਇਸ ਕੇਸ ਵਿੱਚ ਗੱਡੀ ਜਿੱਥੇ ਖਰੀਦੀ ਗਈ ਉੱਥੇ ਜਾਂ ਜਿਹਦੇ ਤੇ ਤੁਸੀਂ ਕੇਸ ਪਾ ਰਹੇ ਹੋ ਅਗੇਨ ਜਿੱਥੋਂ ਤੁਸੀਂ ਗੱਡੀ ਖਰੀਦੀ ਹੋ ਉੱਥੇ ਜਾ ਕੇ ਤੁਹਾਨੂੰ ਕੇਸ ਲੜਨਾ ਪੈਂਦਾ ਸੀ ਬਟ ਨਵੇਂ ਐਕਟ ਦੇ ਅੰਦਰ ਜਿੱਥੇ ਗਾਹਕ ਰਹਿੰਦਾ ਹੈ ਜਿਵੇਂ ਮੈਂ ਦਿੱਲੀ 'ਚ ਰਹਿਣਾ ਮੈਂ ਦਿੱਲੀ ਮੇਰੇ ਦਿੱਲੀ ਸਭ ਤੋਂ ਨਜ਼ਦੀਕ ਜਿਹੜਾ ਮੇਰਾ ਡਿਸਟ੍ਰਿਕਟ ਫੋਰਮ ਹੋਏਗਾ ਮੈਂ ਉੱਥੇ ਜਾ ਕੇ ਕੇਸ ਹੈ ਪਾ ਸਕਦਾ ਜਾਂ ਜਿੱਥੇ ਮੈਂ ਕੰਮ ਕਰਦਾ ਮੈਂ ਭਾਵੇਂ ਦਿੱਲੀ ਦੇ ਕਿਸੇ ਕੋਨੇ 'ਚ ਵੀ ਕੰਮ ਕਰਦਾ ਮੈਨੂੰ ਉੱਥੇ ਸਹੂਲੀਅਤ ਹੈ ਮੈਂ ਸਾਰਾ ਦਿਨ ਉੱਥੇ ਨਿਕਲਦਾ ਮੈਂ ਉੱਥੇ ਜ਼ਿਆਦਾ ਕਨਵੀਨੀਅੰਟ ਆ ਪਾਉਣ ਲਈ ਮੈਂ ਉੱਥੇ ਪਾ ਸਕਦਾ ਤੇ ਗਾਹਕ ਭਾਵੇਂ ਜਿੱਥੇ ਮਰਜ਼ੀ ਹੋਵੇ ਗਾਹਕ ਦੀ ਸੁਣੀ ਜਾਏਗੀ ਜੀ ਜਿੱਥੋਂ ਉਹਨੇ ਖਰੀਦਿਆ ਜਾਂ ਉਹਦੀ ਨਹੀਂ ਹੁਣ ਹੋਏਗੀ ਜੁਰਿਸਡਿਕਸ਼ਨ ਮੈਂ ਜੇ ਕਰ ਰਹਿਣਾ ਜਾਂ ਜਿੱਥੇ ਮੈਂ ਕੰਮ ਕਰਦਾ ਦੋਨੋਂ ਪਾਸੇ ਹੋ ਸਕਦਾ ਮੈਂ ਦਿੱਲੀ ਤੋਂ ਬਾਹਰ ਕੰਮ ਕਰਦਾ ਹਾਂ ਠੀਕ ਹੈ ਮੈਂ ਉੱਥੇ ਪਾ ਸਕਦਾ ਪਰ ਜਿੱਥੇ ਗਾਹਕ ਨੂੰ ਕਨਵੀਨੀਅੰਟ ਹੈ ਜਿੱਥੇ ਗਾਹਕ ਖੁਸ਼ ਹੈ ਉੱਥੇ ਉਹ ਕੇਸ ਪਾ ਸਕਦਾ ਇਹਦੇ ਹਿਸਾਬ ਯਾਨੀ ਕਿ ਜੇਕਰ ਅਸੀਂ ਕੋਈ ਵੀ ਪ੍ਰੋਡਕਟ ਖਰੀਦਦੇ ਸੀਗੇ ਪਹਿਲਾਂ ਇੱਕ ਥੱਲੇ ਸਭ ਤੋਂ ਥੱਲੇ ਇੱਕ ਬਰੀਕ ਜੀ ਟਰਮਸ ਐਂਡ ਕੰਡੀਸ਼ਨਸ ਵਿੱਚ ਲਾਈਨ ਲਿਖੀ ਹੁੰਦੀ ਸੀ ਕਿ ਜੁਰਿਸਡਿਕਸ਼ਨ ਦੇ ਅੰਡਰ ਜਿਹੜੀ ਤੁਸੀਂ ਅਗਰ ਕੰਪਲੇਂਟ ਕਰਨਾ ਚਾਹੁੰਦੇ ਹੋ ਤਾਂ ਫਲਾਣੇ ਸ਼ਹਿਰ ਵਿੱਚ ਤੁਸੀਂ ਕੰਪਲੇਂਟ ਕਰ ਸਕਦੇ ਹੋ ਯਾਨੀ ਕਿ ਅੱਜ ਉਸ ਲਾਈਨ ਦੀ ਕੋਈ ਵੈਲਿਊ ਨਹੀਂ ਹੈ ਅਗਰ ਇੱਕ ਵਰਡ ਵਿੱਚ ਕਹੀਏ ਤਾਂ ਆਨਸਰ ਇਜ਼ ਨੋ ਬਿਲਕੁਲ ਠੀਕ ਕਹਿ ਰਹੇ ਹੋ ਤੁਹਾਡੇ ਇੰਟਰਪਰਸਨਲ ਐਗਰੀਮੈਂਟ ਜਿਹੜਾ ਤੁਸੀਂ ਜਦ ਤੁਸੀਂ ਕੋਈ ਸਮਾਨ ਖਰੀਦਦੇ ਹੋ ਜਾਂ ਤੁਸੀਂ ਜਦ ਤੁਹਾਨੂੰ ਬਿੱਲ ਮਿਲਦਾ ਉਹਦੇ ਨੀਚੇ ਲਿਖਿਆ ਟਰਮਸ ਐਂਡ ਕੰਡੀਸ਼ਨਸ ਉਹਦੀ ਵੈਲਿਡਿਟੀ ਹੁੰਦੀ ਹੈ ਕਿ ਤੁਸੀਂ ਇੱਕ ਚੀਜ਼ ਐਕਸੈਪਟ ਕਰ ਰਹੇ ਹੋ ਠੀਕ ਹੈ ਪਰ ਜੇ ਇੱਕ ਐਕਟ ਆ ਜਾਏ ਇੱਕ ਕਾਨੂੰਨ ਬਣ ਜਾਵੇ ਤੇ ਕਾਨੂੰਨ ਉਹ ਤੁਹਾਡੇ ਵਿੱਚ ਦੇ ਇੰਟਰਨਲ ਐਗਰੀਮੈਂਟ ਤੋਂ ਉੱਪਰ ਸੁਪਰਸੀਡ ਕਰ ਦਿੰਦਾ ਇਹਦਾ ਮਤਲਬ ਹੈ ਜੀ ਭਾਵੇਂ ਅਸੀਂ ਐਕਸੈਪਟ ਕੀਤਾ ਹੋਵੇ ਇੱਕ ਨੋਟਿਸ ਜਿਹੜੀ ਛੋਟੀ ਜਿਹੀ ਬਰੀਕ ਲਾਈਨ ਤੁਸੀਂ ਦੱਸੀ ਹੈ ਉਹਦੇ ਵਿੱਚ ਲਿਖਿਆ ਹੋਵੇ ਕਿ ਜੀ ਜੁਰਿਸਡਿਕਸ਼ਨ ਉੱਥੇ ਦੀ ਹੈ ਪਰ ਗਾਹਕ ਨੂੰ ਅੱਜ ਆਪਣੀ ਕਨਵੀਨੀਅੰਸ ਨਾਲ ਕੇਸ ਪਾਉਣਾ ਹੈ ਤਾਂ ਐਕਟ ਦੇ ਸਾਹਮਣੇ ਆਪਣੀ ਕਨਵੀਨੀਅੰਸ ਨਾਲ ਕੇਸ ਪਾਏਗਾ ਉਸ ਬਰੀਕ ਜਿਹੀ ਲਿਖੀ ਲਾਈਨ ਦਾ ਕੋਈ ਫਾਇਦਾ ਨਹੀਂ ਰਹੇਗਾ ਠੀਕ ਹੈ ਜੇਕਰ ਅਸੀਂ ਈ-ਕਮਰਸ ਦੀ ਜਿਵੇਂ ਅਸੀਂ ਗੱਲ ਕੀਤੀ ਸੀ ਭਾਵੇਂ ਅਸੀਂ ਐਮਾਜ਼ਨ ਤੋਂ ਕੋਈ ਪ੍ਰੋਡਕਟ ਲੈ ਰਹੇ ਹਾਂ ਫਲਿੱਪਕਾਰਟ ਤੋਂ ਲੈ ਰਹੇ ਹਾਂ ਸਨੈਪਡੀਲ ਤੋਂ ਲੈ ਰਹੇ ਹਾਂ ਔਰ ਇਸ ਤਰ੍ਹਾਂ ਦੀਆਂ ਹਜ਼ਾਰ ਇਸ ਸਮੇਂ ਈ-ਕਮਰਸ ਦੇ ਵਿੱਚ ਵੈਬਸਾਈਟਸ ਮੌਜੂਦ ਨੇ ਜਿਹੜੀਆਂ ਕਿ ਵੱਖ-ਵੱਖ ਪ੍ਰੋਡਕਟਸ ਵੇਚ ਰਹੀਆਂ ਨੇ ਉਸ ਵਿੱਚ ਕਈ ਵਾਰ ਹੁੰਦਾ ਹੈ ਕਿ ਇੱਕ ਪ੍ਰੋਡਕਟ ਦੀਆਂ ਹਜ਼ਾਰ ਵੈਰਾਈਟੀਜ਼ ਮੌਜੂਦ ਹੁੰਦੀਆਂ ਨੇ ਪਰ ਉਸ ਹਜ਼ਾਰ ਵੈਰਾਈਟੀਜ਼ ਵਿੱਚ ਜੇਕਰ ਕੋਈ ਬਜ਼ੁਰਗ ਲੈਂਦਾ ਜਾਂ ਕੋਈ ਯੰਗਸਟਰ ਲੈਂਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਕਿਵੇਂ ਇਹਦੀ ਕੰਪਲੇਂਟ ਰਜਿਸਟਰ ਕਰਾਉਣੀ ਹੈ ਕਿਉਂਕਿ ਉਸਨੇ ਆਨਲਾਈਨ ਖਰੀਦੀ ਹੈ ਚੀਜ਼ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਉਹ ਆਪਣੀ ਕੰਪਲੇਂਟ ਰਜਿਸਟਰ ਕਰ ਸਕਦਾ ਕਿਉਂਕਿ ਕਿਸੇ ਵੀ ਵੈਬਸਾਈਟ 'ਤੇ ਚਲੇ ਜਾਓ ਉਹ ਇਹ ਜ਼ਰੂਰ ਸਾਨੂੰ ਸਹੂਲਤ ਦਿੰਦੇ ਨੇ ਕਿ ਤੁਸੀਂ 10 ਜਾਂ 15 ਦਿਨਾਂ ਵਿੱਚ ਇਸ ਆਈਟਮ ਨੂੰ ਜੇਕਰ ਤੁਹਾਨੂੰ ਕੋਈ ਚੀਜ਼ ਪਸੰਦ ਨਹੀਂ ਆਉਂਦੀ ਜਾਂ ਕੰਪੈਟੇਬਲ ਨਹੀਂ ਹੈ ਤਾਂ ਇਹ ਤੁਸੀਂ ਰਿਟਰਨ ਕਰ ਸਕਦੇ ਹੋ ਬਟ ਲੇਕਿਨ ਕਈ ਵਾਰੀ ਕੀ ਹੁੰਦਾ ਕਿ ਉਹ ਰਿਟਰਨ ਵੀ ਇੰਨੀ ਛੇਤੀ ਨਹੀਂ ਹੋ ਸਕਦੀਆਂ ਕੁਝ ਐਸੇ ਪ੍ਰੋਡਕਟਸ ਹੁੰਦੇ ਨੇ ਜੋ ਕਿ ਰਿਟਰਨੇਬਲ ਨਹੀਂ ਹੋ ਪਾਉਂਦੇ ਲੇਕਿਨ ਉਹਨਾਂ ਨੂੰ ਜ਼ਬਰਦਸਤੀ ਰੱਖਣੇ ਪੈਂਦੇ ਆ ਇੱਥੇ ਤੁਸੀਂ ਕਿਸ ਤਰ੍ਹਾਂ ਗਾਹਕਾਂ ਨੂੰ ਸਮਝਾਉਣਾ ਚਾਹੋਗੇ ਹੁਣ ਪਹਿਲੇ ਹੁੰਦਾ ਸੀਗਾ ਜੀ ਜਿਵੇਂ ਤੁਸੀਂ ਬਿਲਕੁਲ ਠੀਕ ਦੱਸਿਆ ਕਈ ਵੈਬਸਾਈਟਸ ਕਈ ਸ਼ਾਪਿੰਗ ਵੈਬਸਾਈਟਸ ਜਿਹੜੀਆਂ ਹੈਗੀਆਂ ਨੇ ਉਹ ਤੁਹਾਨੂੰ ਦੱਸਦੀਆਂ ਨੇ ਕਿ ਜੀ ਸਾਡੀ ਰਿਟਰਨ ਪਾਲਿਸੀ ਇਹ ਹੈਗੀ ਹੈ ਠੀਕ ਹੈ ਕਈ ਨਹੀਂ ਦੱਸਦੀਆਂ ਸੀਗੀਆਂ ਕਈ ਕਹਿੰਦੇ ਜੀ ਰਿਫੰਡ ਕਰ ਦਾਂਗੇ ਪੈਸੇ ਕਈ ਬਿਲਕੁਲ ਕੁਆਇਟ ਰਹਿੰਦੀਆਂ ਨੇ ਇਹਦੇ 'ਤੇ ਹੁਣ ਇਹ ਯੂਨੀਫਾਰਮਿਟੀ ਲੈ ਆਏ ਨੇ ਇਹ ਨਵਾਂ ਐਕਟ ਇਹ ਯੂਨੀਫਾਰਮਿਟੀ ਲੈ ਕੇ ਆਇਆ ਹੈ ਕਿ ਜਦ ਵੀ ਕੋਈ ਵੀ ਈ-ਕਾਮਰਸ ਪਲੇਟਫਾਰਮ ਆਪਣਾ ਸਮਾਨ ਵੇਚਣਾ ਚਾਹੇਗਾ ਸਾਨੂੰ ਆਮ ਜਨਤਾ ਨੂੰ ਤੇ ਉਹਨੂੰ ਇੱਕ ਡੈਫੀਨੇਟ ਪਾਲਿਸੀ ਦੇਣੀ ਪਏਗੀ ਰਿਫੰਡ ਬਾਰੇ ਰਿਟਰਨ ਆਫ ਪ੍ਰੋਡਕਟ ਬਾਰੇ ਤੁਹਾਡੇ ਐਕਸਚੇਂਜ ਬਾਰੇ ਤੁਸੀਂ ਕੰਪਲੇਂਟ ਕਿਵੇਂ ਪਾ ਸਕਦੇ ਹੋ ਕਿੱਥੇ ਪਾ ਸਕਦੇ ਹੋ ਤੇ ਹੁਣ ਨਵੇਂ ਐਕਟ ਦੇ ਅੰਦਰ ਅਗਰ ਮੈਂ ਐਜ਼ ਅ ਕੰਜ਼ਿਊਮਰ ਮੈਂ ਆਪ ਕੰਜ਼ਿਊਮਰ ਹੋਵਾਂ ਤੇ ਮੈਂ ਕੰਪਲੇਂਟ ਪਾਵਾਂ ਤੇ ਉਸ ਈ-ਕਾਮਰਸ ਵੈਬਸਾਈਟ ਨੂੰ 48 ਘੰਟੇ ਦੇ ਵਿੱਚ ਮੇਰੀ ਕੰਪਲੇਂਟ ਨੂੰ ਰਜਿਸਟਰ ਕਰਕੇ ਮੈਨੂੰ ਦੱਸਣਾ ਪਏਗਾ ਕਿ ਤੁਹਾਡੀ ਕੰਪਲੇਂਟ ਆਈ ਸੀ ਐਂਡ ਰਜਿਸਟਰ ਕਰਕੇ ਨੰਬਰ ਹੈਗਾ ਤੇ 1 ਮਹੀਨੇ ਦੇ ਵਿੱਚ ਉਹਨੂੰ ਸੋਲਵ ਕਰਕੇ ਉਹਨੂੰ ਮੈਨੂੰ ਦੇਣਾ ਹੀ ਪਏਗਾ ਨਹੀਂ ਤਾਂ ਉਹਦੇ ਤੇ ਪੈਨਲਟੀ ਲੱਗ ਜਾਏਗੀ ਜੀ ਅਗਰ ਮੈਂ ਗਲਤ ਨਹੀਂ ਹਾਂ ਤਾਂ ਹੁਣ ਜਿਹੜਾ ਐਕਟ ਲਾਗੂ ਹੋਇਆ ਹੈ ਇਸ ਵਿੱਚ ਇੱਕ ਹੋਰ ਵੀ ਸਹੂਲਤ ਦਿੱਤੀ ਗਈ ਹੈ ਗਾਹਕ ਨੂੰ ਉਹ ਹੈ ਈ-ਫਾਈਲਿੰਗ ਤੁਹਾਨੂੰ ਅਦਾਲਤ ਦੇ ਦਰਵਾਜ਼ੇ ਖੜਕਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਕੋਈ ਆਪਣੀ ਰਿਪੋਰਟ ਦਰਜ ਕਰਾਉਣੀ ਹੈ ਤਾਂ ਤੁਸੀਂ ਈ-ਫਾਈਲਿੰਗ ਦੇ ਥਰੂ ਹੀ ਸਿੱਧਾ ਜਾ ਸਕਦੇ ਹੋ ਇਹ ਕਿੰਨਾ ਸੌਖਾ ਹੈ ਜਾਂ ਆਮ ਗਾਹਕਾਂ ਦੀ ਕਿਉਂਕਿ ਇੱਕ ਲੇਮੈਨ ਜਿਹੜਾ ਹੈਗਾ ਉਸਨੂੰ ਕਈ ਵਾਰੀ ਕੀ ਹੁੰਦਾ ਕਿ ਕੰਪਿਊਟਰ ਦੀ ਸਮਝ ਨਹੀਂ ਹੁੰਦੀ ਤਾਂ ਕੀ ਉਹਨੂੰ ਕਿਸੇ ਦੂਜੇ ਦੀ ਹੈਲਪ ਲੈਣੀ ਪਏਗੀ ਕਾਫੀ ਔਖਾ ਹੈ ਨਹੀਂ ਇਹ ਮੇਰੇ ਹਿਸਾਬ ਨਾਲ ਹੁਣ ਦੇਖੋ ਨਵੀਂ ਜਨਰੇਸ਼ਨ ਜਿਹੜੀ ਆ ਰਹੀ ਹੈ ਤੇ ਜਿਸ ਤਰ੍ਹਾਂ ਟੈਕਨੋਲੋਜੀ ਵੱਧ ਰਹੀ ਹੈ ਇਸ ਟੈਕਨੋਲੋਜੀ ਦੀ ਇੰਪਰੂਵਮੈਂਟ ਨਾਲ ਜਿਹੜਾ ਬੈਨੀਫਿਟ ਕੰਜ਼ਿਊਮਰ ਨੂੰ ਮਿਲਣਾ ਚਾਹੀਦਾ ਹੈ ਉਹ ਸਾਰਾ ਦਿੱਤਾ ਗਿਆ ਹੈ ਸਪੈਸ਼ਲੀ ਅਸੀਂ ਪਿਛਲੇ 4 ਮਹੀਨੇ ਦੇਖਿਆ ਕਿ ਕਰੋਨਾ ਵਾਇਰਸ ਕਰਕੇ ਸਾਰੇ ਆਪਣੇ ਘਰ ਵਿੱਚ ਬੈਠੇ ਰਹੇ ਨੇ ਜੀ ਤੇ ਦੂਜਿਆਂ ਨਾਲ ਗੱਲ ਕਰਨ ਲਈ ਜਾਂ ਬਾਹਰ ਦੀ ਦੁਨੀਆ ਨਾਲ ਇੰਟਰੈਕਟ ਕਰਨ ਲਈ ਅਸੀਂ ਵੀਡੀਓ ਦਾ ਬੜਾ ਯੂਜ਼ ਕਰਦੇ ਹਾਂ ਰਾਈਟ ਹੁਣ ਨਵੇਂ ਐਕਟ ਦੇ ਵਿੱਚ ਨਵੇਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਵਿੱਚ ਤੁਸੀਂ ਆਪਣੇ ਘਰ ਬੈਠੇ ਆਨਲਾਈਨ ਤੁਸੀਂ ਆਪਣੀ ਕੰਪਲੇਂਟ ਆਪਣੇ ਨੀਅਰੈਸਟ ਡਿਸਟ੍ਰਿਕਟ ਫੋਰਮ ਵਿੱਚ ਫਾਈਲ ਕਰ ਸਕਦੇ ਹੋ
ਜਾਂ ਤੁਹਾਡਾ ਸਟੇਟ ਕਮਿਸ਼ਨ ਹੀ ਜਾਏਗਾ ਜਾਂ ਨੈਸ਼ਨਲ ਕਮਿਸ਼ਨ ਹੀ ਜਾਏਗਾ, ਜਿੱਥੇ ਵੀ ਜਾਏ ਠੀਕ ਹੈ, ਤੁਹਾਡੀ ਜੁਰਿਸਡਿਕਸ਼ਨ ਦੇ ਹਿਸਾਬ ਨਾਲ ਤੁਸੀਂ ਆਪਣੀ ਕੰਪਲੇਂਟ ਆਨਲਾਈਨ ਫਾਈਲ ਕਰ ਸਕਦੇ ਹੋ। ਤੇ ਸਭ ਤੋਂ ਅੱਛੀ ਜਿਹੜੀ ਇਹਦੇ ਵਿੱਚ ਅਨੋਖੀ ਗੱਲ ਹੈਗੀ ਹੈ ਕਿ ਹੀਅਰਿੰਗ ਵੀ ਆਪਣੇ ਘਰ ਬਹਿ ਕੇ ਕਰ ਸਕਦੇ ਹੋ। ਜਿਵੇਂ ਕਚਹਿਰੀ 'ਚ ਤੁਸੀਂ ਕੇਸ ਪਾਤਾ, ਨਾਰਮਲੀ ਕੀ ਹੁੰਦਾ ਤੁਹਾਨੂੰ ਭੀੜ ਭੜਕ ਕੇ ਜਾਣਾ ਪੈਂਦਾ, ਬਿਲਕੁਲ ਤੁਸੀਂ ਆਪਣੀ ਛੁੱਟੀ ਤੁਹਾਨੂੰ ਲੈਣੀ ਪੈਂਦੀ ਹੈ, ਤੁਸੀਂ ਜਿੱਥੇ ਹੈਗੇ ਹੋ ਤੁਸੀਂ ਉੱਥੇ ਜਾ ਕੇ ਪਰੇਸ਼ਾਨ ਹੁੰਦੇ ਹੋ, ਆਪਣੇ ਕੇਸ ਦੇ ਮੈਟਰ ਦੀ ਵੇਟ ਕਰਦੇ ਹੋ, ਫਿਰ ਉਸ ਤੋਂ ਬਾਅਦ ਉਹ ਕੇਸ ਆਉਂਦਾ ਤਾਂ ਤੁਹਾਡੀ ਫਿਰ ਜਾ ਕੇ ਗੱਲ ਸੁਣੀ ਜਾਂਦੀ ਹੈ। ਇਸ ਲਈ ਇਹ ਨਵੇਂ ਐਕਟ ਦੇ ਵਿੱਚ ਤੁਹਾਨੂੰ ਇਹ ਕੁਝ ਕਰਨ ਦੀ ਜ਼ਰੂਰਤ ਨਹੀਂ, ਤੁਸੀਂ ਆਪਣੇ ਘਰ ਬੈਠੇ ਕੰਪਲੇਂਟ ਪਾ ਸਕਦੇ ਹੋ ਤੇ ਘਰ ਬੈਠੇ ਹੀਅਰਿੰਗ ਕਰ ਸਕਦੇ ਹੋ। ਤੁਹਾਨੂੰ ਦੱਸ ਦਿੱਤਾ ਜਾਏਗਾ ਜੀ ਇਸ ਦਿਨ ਇਸ ਵੇਲੇ ਇੰਨੇ ਸਮੇਂ ਤੁਹਾਡੀ ਹੀਅਰਿੰਗ ਹੋਏਗੀ, ਤੇ ਤੁਸੀਂ ਆਨਲਾਈਨ ਜਾ ਕੇ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਆਪਣਾ ਐਡ ਕਰੋਗੇ ਆਪਣੇ ਆਪ ਨੂੰ ਤੇ ਤੁਹਾਡੀ ਹੀਅਰਿੰਗ ਸੁਣ ਲਓਗੇ ਤੁਸੀਂ। ਮੇਰੇ ਹਿਸਾਬ ਨਾਲ ਇਹ ਬਹੁਤ ਹੀ ਰਿਵੋਲੂਸ਼ਨਰੀ ਤਰੀਕਾ ਹੈ ਕਿ ਤੁਸੀਂ ਸਾਰੇ ਹੀ ਕੰਜ਼ਿਊਮਰਸ ਨੂੰ ਉਹਨਾਂ ਦੀ ਕਨਵੀਨੀਅੰਸ ਤੇ ਬਹਿ ਕੇ ਉਹਨਾਂ ਨੂੰ ਜਸਟਿਸ ਦੇ ਰਹੇ ਹੋ, ਵਿਚ ਇਜ਼ ਅ ਵੈਰੀ ਗੁੱਡ। ਠੀਕ ਹੈ, ਇੱਥੇ ਇੱਕ ਛੋਟਾ ਸਵਾਲ ਹੋਰ ਮੈਂ ਤੁਹਾਡੇ ਤੋਂ ਕਰਨਾ ਚਾਹਾਂਗਾ। ਅਸੀਂ ਕੋਈ ਵੀ ਕੇਸ ਪਾਉਂਦੇ ਹਾਂ ਤਾਂ ਭਾਰਤੀ ਸੰਵਿਧਾਨ ਜਾਂ ਭਾਰਤ ਵਿੱਚ ਜਿਹੜੀ ਸੁਣਵਾਈ ਹੁੰਦੀ ਹੈ, ਇਸ ਤੋਂ ਹਰ ਕੋਈ ਵਾਕਿਫ ਹੈ, ਤੁਸੀਂ ਵੀ ਵਾਕਿਫ ਹੋਵੋਗੇ ਕਿ ਕੋਈ ਨਾ ਕੋਈ ਜਿਹੜੀ ਸੁਣਵਾਈ ਹੁੰਦੀ ਹੈ ਉਹ ਹਫਤੇ ਦਰ ਹਫਤੇ, ਮਹੀਨੇ ਦਰ ਮਹੀਨੇ, ਸਾਲ ਦਰ ਸਾਲ ਤੱਕ ਚੱਲਦੀ ਰਹਿੰਦੀ ਹੈ, ਲੇਕਿਨ ਉਸਦਾ ਕੋਈ ਵੀ ਰਿਜ਼ਲਟ ਜਿਹੜਾ ਹੈ ਸਾਹਮਣੇ ਨਹੀਂ ਆਉਂਦਾ। ਜਾਂ ਕਹਿ ਲਓ ਕਿ ਮਤਲਬ ਉਸ ਸ਼ਖਸ ਨੂੰ ਆਪਣੀ ਸੁਣਵਾਈ ਦੇ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਕੀ ਈ ਫਾਈਲਿੰਗ ਵਿੱਚ ਅਸੀਂ ਇਹ ਸਮਝ ਸਕਦੇ ਹਾਂ ਕਿ ਜਿਹੜਾ ਉਸਦਾ ਇੰਤਜ਼ਾਰ ਹੋਏਗਾ ਉਹ ਘੱਟ ਹੋਏਗਾ? ਜਿਸ ਹਿਸਾਬ ਨਾਲ ਸਿਸਟਮ ਇਹ ਬਣਾਇਆ ਗਿਆ ਹੈ, ਅਸੀਂ ਸਾਰੇ ਇਹ ਉਮੀਦ ਲਗਾ ਰਹੇ ਹਾਂ ਕਿ ਇਹਦੇ ਨਾਲ ਜਿਹੜੀ ਕਸਟਮਰ ਦੀ ਦਿੱਕਤ ਹੈਗੀ ਹੈ ਉਹ ਜਲਦੀ ਤੋਂ ਜਲਦੀ ਸੁਣਵਾਈ ਕਰਕੇ ਜਲਦੀ ਤੋਂ ਜਲਦੀ ਕਲੋਜ਼ ਕਰ ਦਿੱਤਾ ਜਾਏਗਾ। ਬਿਕਾਜ਼ ਜਿਹੜੀ ਜੁਰਿਸਡਿਕਸ਼ਨ ਦੀ ਗੱਲ ਜਦ ਆ ਜਾਂਦੀ ਹੈ, ਪਿਕਿਊਨਰੀ ਔਰ ਭਾਵੇਂ ਕੰਪਲੇਂਟ ਦੀ ਲੀਗੈਲਿਟੀ ਦੀ ਗੱਲ ਆਉਂਦੀ ਹੈ, ਉਹ 1 ਮਹੀਨੇ ਦੇ ਵਿੱਚ ਇਹਨੂੰ ਨਿਪਟਾਣੀ ਹੀ ਪਏਗੀ। ਇਹ ਪ੍ਰਾਵਧਾਨ ਹੈਗਾ ਕਿ 1 ਮਹੀਨੇ ਦੇ ਵਿੱਚ ਤੁਹਾਨੂੰ ਨਿਪਟਾਣੀ ਹੀ ਪਏਗੀ। ਉਸ ਤੋਂ ਬਾਅਦ ਭਾਵੇਂ ਜਸਟਿਸ ਮਿਲਣ ਲਈ ਥੋੜ੍ਹਾ ਬਹੁਤ ਟਾਈਮ ਲੱਗਦਾ ਹੀ ਹੈ, ਕਿਉਂਕਿ ਸਾਡਾ ਜੁਡੀਸ਼ੀਅਲ ਸਿਸਟਮ ਇਸ ਤਰ੍ਹਾਂ ਦਾ ਹੈਗਾ, ਬਟ ਅਸੀਂ ਸਾਰੇ ਉਮੀਦ ਕਰ ਰਹੇ ਹਾਂ ਕਿ ਇਹ ਨਵੇਂ ਐਕਟ ਦੇ ਨਾਲ ਇਹ ਸਾਰਾ ਸਿਸਟਮ ਬਹੁਤ ਤੇਜ਼ੀ ਨਾਲ ਚੱਲੇਗਾ। ਠੀਕ ਹੈ, ਜੇਕਰ ਅਸੀਂ ਕੋਈ ਕਿਸੇ ਗਾਹਕ ਨੇ 10,000 ਜਾਂ 20,000 ਦਾ ਕੋਈ ਪ੍ਰੋਡਕਟ ਖਰੀਦਿਆ, ਉਸ ਵਿੱਚ ਉਹਨਾਂ ਕੋਈ ਕੰਪਲੇਂਟ ਹੈ ਤੇ ਉਹ ਆਪਣੀ ਈ ਫਾਈਲ ਦੇ ਥਰੂ ਆਪਣੇ ਕੰਪਲੇਂਟ ਨੂੰ ਰਜਿਸਟਰ ਕਰਾਉਂਦਾ ਹੈ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਵਕੀਲ ਦਾ ਉਸ 'ਤੇ ਕਿੰਨਾ ਕੁ ਖਰਚਾ ਪਏਗਾ? ਕਿਉਂਕਿ ਕੀ ਉਹਨੂੰ ਵਕੀਲ ਲਾਜ਼ਮੀ ਤੌਰ 'ਤੇ ਕਰਨਾ ਹੀ ਕਰਨਾ ਪਏਗਾ ਜਾਂ ਉਹ ਆਪਣੇ ਆਪ 'ਚ ਇਕੱਲਾ ਕਾਫੀ ਹੈ? ਇਹ ਸਵਾਲ ਅਸੀਂ ਨਾਰਮਲ ਅਮੂਮਨ ਹਰ ਇੱਕ ਤੋਂ ਸੁਣਦੇ ਹਾਂ ਜੀ, ਤੇ ਇਹ ਜਵਾਬ ਜ਼ਰੂਰ ਦਿੰਦੇ ਹਾਂ ਕਿ ਇਹ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਵਿੱਚ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਕਿਸੇ ਵੀ ਵਕੀਲ ਕੋਲ ਜਾਣ ਦੀ। ਜੀ, ਤੁਹਾਡੀ ਆਪਣੀ ਕੰਪਲੇਂਟ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਸਿਰਫ ਗੱਲ ਕਰਨਾ, ਅਸੀਂ ਇੱਕ ਵੈਬਸਾਈਟ ਤੋਂ ਇੱਕ ਫੋਨ ਖਰੀਦਿਆ, ਉਹ ਫੋਨ ਜਦ ਮੈਨੂੰ ਮਿਲਿਆ ਉਹ ਭਾਵੇਂ ਹੋ ਸਕਦਾ ਟੁੱਟਾ ਹੋਇਆ ਸੀਗਾ, ਡੈਮੇਜਡ ਕੰਡੀਸ਼ਨ ਵਿੱਚ ਸੀਗਾ, ਜਾਂ ਉਹ ਔਨ ਨਹੀਂ ਹੋਇਆ, ਉਹ ਪਹਿਲੇ ਉਹਦੇ 'ਚ ਮੈਨੂਫੈਕਚਰਿੰਗ ਕੋਈ ਫਾਲਟ ਸੀਗਾ, ਜਾਂ ਜਦ ਔਨ ਹੋਇਆ ਉਹਦੇ 'ਚ ਕੋਈ ਖਰਾਬੀ ਸੀਗੀ, ਮੈਨੂਫੈਕਚਰਿੰਗ ਡਿਫੈਕਟ ਸੀਗਾ। ਜੀ, ਹੁਣ ਮੇਰੇ ਲਈ ਅੱਜ ਕਨਵੀਨੀਐਂਟ ਕੀ ਹੈਗਾ ਕਿ ਮੈਂ ਆਪਣੇ ਘਰ ਬੈਠੇ ਆਨਲਾਈਨ ਕੰਪਲੇਂਟ ਕਰ ਦਾਂਗਾ, ਜਿਹੜੀ ਵੀ ਮੇਰੇ ਕੋਲ ਦਸਤਾਵੇਜ਼ ਹੈਗੇ ਨੇ ਕਿ ਮੈਂ ਫੋਨ ਲਿੱਤਾ, ਕੀ ਗੜਬੜ ਉਹਦੇ 'ਚ ਆਈ, ਜੀ, ਮੈਂ ਉਹਨੂੰ ਠੀਕ ਕਰਾਂ ਗਿਆ ਤੇ ਨਹੀਂ ਹੋਇਆ ਠੀਕ, ਤੇ ਦੇयर ਅ ਡਿਫੈਕਟ, ਮੈਂ ਐਜ਼ ਅ ਕੰਜ਼ਿਊਮਰ ਉਹਨੂੰ ਮੈਂ ਕਿਉਂ ਸਫਰ ਕਰਾਂ? ਮੈਂ ਕੰਪਲੇਂਟ ਪਾਤੀ, ਮੇਰੀ ਹੀਅਰਿੰਗ ਸ਼ੁਰੂ ਹੋ ਗਈ। ਜਦ ਮੈਂ ਹੀਅਰਿੰਗ ਆਪਣੇ ਘਰ ਬੈਠੇ ਕਰ ਸਕਦਾ, ਭਾਵੇਂ ਜਾ ਕੇ ਕਰਾਂ ਭਾਵੇਂ ਘਰ ਕਰਾਂ, ਮੇਰੇ ਲਈ ਕਨਵੀਨੀਅੰਸ ਹੈਗਾ, ਮੇਰੇ ਕੋਲ ਆਪਸ਼ਨ ਹੈਗਾ। ਜਦ ਮੈਂ ਇਹ ਸਭ ਕੁਝ ਕਰ ਸਕਦਾ, ਮੈਨੂੰ ਪ੍ਰੋਡਕਟ ਬਾਰੇ ਪਤਾ ਹੈ, ਮੈਨੂੰ ਉਹਦੀ ਦਿੱਕਤ ਬਾਰੇ ਪਤਾ, ਤਾਂ ਮੈਨੂੰ ਕਿਸੇ ਇੰਟਰਮੀਡੀਏਟਰੀ ਦੀ ਜ਼ਰੂਰਤ ਨਹੀਂ, ਮੈਨੂੰ ਕਿਸੇ ਵਕੀਲ ਦੀ ਜ਼ਰੂਰਤ ਨਹੀਂ, ਕਿਉਂਕਿ ਉੱਥੇ ਵਕਾਲਤ ਨਹੀਂ ਚੱਲ ਰਹੀ, ਉੱਥੇ ਕੰਜ਼ਿਊਮਰਸ ਦੀ ਗੱਲ ਚੱਲ ਰਹੀ ਹੈ। ਜੀ, ਜਿਹੜਾ ਤੁਹਾਡੇ ਕੋਲ ਪ੍ਰੋਡਕਟ ਹੈ ਜਿਹਦੇ ਤੁਸੀਂ ਡੈਫੀਸ਼ੀਐਂਸੀ ਹੈ, ਹੋ ਸਕਦਾ ਮੈਂ ਉਹ ਪੈਸਟ ਕੰਟਰੋਲ ਕਰਾਂ, ਉਹ ਇੱਕ ਸਰਵਿਸ ਹੈ। ਬਿਲਕੁਲ ਬਿਲਕੁਲ, ਮੈਂ ਇੱਕ ਫਿਜ਼ੀਕਲ ਪ੍ਰੋਡਕਟ ਨਹੀਂ ਲੈਂਦਾ, ਇੱਕ ਸਰਵਿਸ ਦੀ ਗੱਲ ਕਰ ਲੈਣਾ। ਠੀਕ ਹੈ, ਮੈਂ ਆਪਣੀ ਗੱਡੀ ਦੀ ਸਰਵਿਸ ਦੀ ਗੱਲ ਕਰ ਰਹਾ, ਮੈਂ ਸਰਵਿਸ ਕਰਾਉਣ ਗਿਆ ਤੇ ਉਸ ਸਰਵਿਸ ਵਿੱਚ ਮੈਨੂੰ ਕੋਈ ਦਿੱਕਤ ਆਈ, ਮੇਰੀ ਸਰਵਿਸ ਅੱਛੀ ਨਹੀਂ, ਉਹਨਾਂ ਨੇ ਆਇਲ ਚੇਂਜ ਨਹੀਂ ਕੀਤਾ ਜਾਂ ਕੋਈ ਹੋਰ ਖਾਮੀ ਕਰਤੀ, ਗੱਡੀ ਨੂੰ ਉਸ ਪਾਸੇ ਡੈਮੇਜ ਕਰ ਦਿੱਤਾ, ਠੀਕ ਹੈ, ਉਹ ਵੀ ਇੱਕ ਸਰਵਿਸ ਦਾ ਪਾਰਟ ਹੈ। ਬਿਲਕੁਲ, ਉਹ ਜੇ ਮੈਨੂੰ ਕਰਨਾ ਹੈ ਤਾਂ ਮੈਨੂੰ ਕਿਸੇ ਚੀਜ਼ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ, ਮੈਨੂੰ ਸਿਰਫ ਇਹ ਦਿਖਾਣਾ ਹੈ ਕਿ ਜੀ ਇਹ ਡੈਮੇਜ ਹੋਇਆ ਹੈ, ਇਹ ਪਹਿਲੇ ਨਹੀਂ ਸੀਗਾ ਜਾਣ ਤੋਂ ਪਹਿਲੇ, ਹੁਣ ਹੋ ਗਿਆ ਹੈ। ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹ ਸਾਰੇ ਸਿਨੈਰੀਓ ਵਿੱਚ ਤੁਹਾਨੂੰ ਕਿਸੇ ਲਾਇਰ ਦੀ ਜ਼ਰੂਰਤ ਹੈ। ਇਹ ਬੜਾ ਹੀ ਆਸਾਨ ਕਿਸਮ ਦਾ ਕਾਨੂੰਨ ਹੈ ਤੇ ਕੰਜ਼ਿਊਮਰਸ ਦੇ ਬੈਨੀਫਿਟ ਲਈ ਬਣਾਇਆ ਗਿਆ ਹੈ, ਤੇ ਇਹਨੂੰ ਇਸੇ ਤਰ੍ਹਾਂ ਹੀ ਲੈਣਾ ਚਾਹੀਦਾ ਹੈ, ਇੰਟਰਮੀਡੀਏਟਸ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ। ਔਰ ਲੇਮੈਨ ਦਾ ਹਮੇਸ਼ਾ ਇਹ ਵੀ ਸਵਾਲ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਕੰਪਨੀ ਤੇ ਕੇਸ ਕਰ ਰਹੇ ਹਾਂ, ਕੰਪਨੀ ਕਿਉਂਕਿ ਉਹ ਕਰੋਨਾ ਦੀ ਕੰਪਨੀ ਹੁੰਦੀ ਹੈ, ਉਹਨਾਂ ਕੋਲ ਬਹੁਤ ਵੱਡੇ ਵੱਡੇ ਵਕੀਲ ਪਹਿਲਾਂ ਹੀ ਮੌਜੂਦ ਹੁੰਦੇ ਨੇ, ਔਰ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਸਾਡੀ ਜਿਹੜੀ ਹੈ ਹੋ ਸਕਦਾ ਕਿ ਸਾਨੂੰ ਗਾਹਕਾਂ ਵੱਲੋਂ ਇਸ ਤਰ੍ਹਾਂ ਦੀਆਂ ਕੰਪਲੇਂਟਸ ਆ ਸਕਦੀਆਂ ਨੇ, ਤਾਂ ਉਹ ਹਮੇਸ਼ਾ ਆਪਣੇ ਵੱਲੋਂ ਤਾਂ ਪਹਿਲਾਂ ਹੀ ਤਿਆਰ ਪਰ ਤਿਆਰ ਰਹਿੰਦੇ ਨੇ। ਤਾਂ ਫਿਰ ਕੰਜ਼ਿਊਮਰ ਕਿਸ ਤਰ੍ਹਾਂ ਆਪਣੇ ਆਪ ਨੂੰ ਹਾਵੀ ਰੱਖ ਸਕਦਾ? ਇਹ ਕਾਨੂੰਨ ਕੰਜ਼ਿਊਮਰ ਨੂੰ
ਪ੍ਰਧਾਨ ਬਣਾ ਦਿੰਦਾ ਹੈ, ਜਿਹੜੀ ਮੈਂ ਪਹਿਲੇ ਗੱਲ ਦੱਸੀ ਉਹ ਮੈਂ ਦੱਸਣਾ ਕਿਵੇਂ ਜੀ। there is a phrase in English ਜਿਹੜਾ ਹਮੇਸ਼ਾ ਚੱਲਦਾ ਹੈ ਕਿ consumer is always right। ਇਹ ਕਾਨੂੰਨ ਉਸ ਫਰੇਜ਼ ਨੂੰ ਇੱਕ ਸਟੈਪ ਹੋਰ ਅੱਗੇ ਲੈ ਕੇ ਜਾਂਦਾ ਹੈ ਜੀ। ਤੁਹਾਡਾ ਬਿਲਕੁਲ ਸਵਾਲ ਠੀਕ ਹੈ ਕਿ ਜੀ ਵੱਡੀ ਕੰਪਨੀਆਂ ਦੇ ਕੋਲ ਵੱਡੇ ਵਕੀਲ ਹੁੰਦੇ ਨੇ, ਉਹਨਾਂ ਕੋਲ ਵੱਡਾ ਲੀਗਲ ਬੈਕਅਪ ਹੁੰਦਾ ਤੇ ਤੁਸੀਂ ਕਿਵੇਂ ਲੜੋ। ਤੁਸੀਂ ਜੇ ਕੰਜ਼ਿਊਮਰ ਹੋ ਤੇ ਤੁਹਾਡੇ ਕੋਲ ਇੱਕ ਡਿਸਸੈਟਿਸਫੈਕਸ਼ਨ ਹੈਗੀ ਹੈ, ਤੁਸੀਂ ਆਪਣੇ ਪ੍ਰੋਡਕਟ ਤੋਂ ਖੁਸ਼ ਨਹੀਂ। ਮੈਂ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਦੇਣਾ ਜੀ, ਗੱਡੀਆਂ ਲੈ ਲੀजिए। ਅੱਜ ਕੱਲ੍ਹ ਬੜੀ ਵਾਰ ਸੁਣਨ ਨੂੰ ਮਿਲਦਾ ਹੈ ਕਿ ਜੀ ਗੱਡੀ 'ਚ ਇੱਕ ਇਨਹੈਰੈਂਟ ਡਿਫੈਕਟ ਸੀਗਾ ਜਿਹਦੇ ਕਰਕੇ ਗੱਡੀ ਰਿਕਾਲ ਕਰਾਈ ਗਈ ਹੈ। ਕਦੀ ਉਹਦੇ 'ਚ ਫਿਊਲ ਇੰਜੈਕਸ਼ਨ ਦੇ ਇਸ਼ੂ ਆ ਸਕਦਾ ਹੈ, ਬ੍ਰੇਕਿੰਗ ਦਾ ਇਸ਼ੂ ਆ ਸਕਦਾ ਹੈ। ਬਿਲਕੁਲ। ਜਦ ਤੱਕ ਕੰਪਨੀ ਅਲਟੀਮੇਟਲੀ ਕਸਟਮਰ ਦੇ ਪ੍ਰੈਸ਼ਰ ਦੇ ਵਿੱਚ ਕਈ ਸਾਲ ਤੋਂ ਬਾਅਦ ਨਹੀਂ ਕਰਦੀ। ਹੁਣ ਤੁਹਾਡੇ ਕੋਲ ਇਮੀਡੀਏਟ ਰੈਮੇਡੀ ਕੀ ਹੈ? ਮੈਂ ਨਵੀਂ ਗੱਡੀ ਖਰੀਦਣਾ 20-25-30 ਲੱਖ ਰੁਪਏ ਲਗਾ ਕੇ, ਆਪਣੀ ਮਿਹਨਤ ਦੀ ਕਮਾਈ ਲਗਾ ਕੇ ਮੈਂ ਇੱਕ ਅੱਛੀ ਗੱਡੀ ਖਰੀਦਣਾ, ਤਾਂ ਮੈਂ ਉਮੀਦ ਕਰਦਾ ਹਾਂ ਕਿ ਉਹ ਗੱਡੀ ਮੇਰੀ ਜਿਹੜੀ ਮੇਰੇ ਪੈਸੇ ਨੇ ਉਹ ਮੈਨੂੰ ਅੱਛੀ ਤਰ੍ਹਾਂ ਮੈਂ ਹੰਡਾਵਾਂ ਉਹਨੂੰ। ਠੀਕ ਹੈ। ਪਰ ਤੁਹਾਨੂੰ ਪਤਾ ਚੱਲੇ ਕਿ ਘਰ ਆਉਂਦੇ ਹੀ ਉਹ ਗੱਡੀ ਨੂੰ ਦਿੱਕਤ ਆ ਰਹੀ ਹੈ, ਸਟਾਰਟ ਨਹੀਂ ਹੋ ਰਹੀ, ਕੋਈ ਇੰਜੈਕਸ਼ਨ ਪ੍ਰੋਬਲਮ ਹੈ, ਉਹ ਫਿਊਲ ਐਫੀਸ਼ੀਐਂਸੀ ਓਨੀ ਨਹੀਂ ਜਿੰਨੀ ਉਹਨਾਂ ਨੇ ਦੱਸੀ ਹੈ। ਜਦ ਵੀ ਇਹ ਪ੍ਰੋਬਲਮ ਆਉਂਦੀ ਹੈ, ਯੂ ਹੈਵ ਟੂ ਬੀ ਟਰੂਥਫੁਲ। ਤੁਸੀਂ ਸੱਚ ਹੋ ਕੇ ਸੱਚੀ ਤਰ੍ਹਾਂ ਆਪਣੀ ਕੰਪਲੇਂਟ ਨੂੰ ਰੱਖੋ, ਤੁਹਾਡੀ ਸੁਣਵਾਈ ਹੋਏਗੀ। ਇਹਦੇ 'ਚ ਕੋਈ ਕਾਨੂੰਨੀ ਦਾਅ ਪੇਚ ਨਹੀਂ ਚੱਲਦਾ। ਜੇ ਤੁਹਾਨੂੰ ਕੋਈ ਦਿੱਕਤ ਹੈ ਐਂਡ ਤੁਹਾਨੂੰ ਉਹਦਾ ਰਿਡਰੈਸਲ ਚਾਹੀਦਾ ਹੈ, ਤੁਹਾਨੂੰ ਇਨਸਾਫ ਮਿਲੇਗਾ। ਠੀਕ ਹੈ। ਪਹਿਲਾਂ ਇੱਕ ਜਿਹੜੀ ਮੇਨ ਗੱਲ ਸੀਗੀ ਕਿ ਜੇ ਕੋਈ ਕਸਟਮਰ ਕੋਈ ਚੀਜ਼ ਖਰੀਦਦਾ 1 ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਦੀ ਇੱਕ ਜਿਹੜੀ ਹੈ ਕਹਿ ਲਓ ਕਿ ਲਿਮਿਟ ਤੈਅ ਕੀਤੀ ਗਈ ਸੀਗੀ। ਤੇ ਅਗਰ 20 ਲੱਖ ਤੋਂ ਲਿਮਿਟ ਘੱਟ ਹੈਗੀ ਤਾਂ ਤੁਸੀਂ ਇੱਕ ਕੇਸ ਫਾਈਲ ਕਰ ਸਕਦੇ ਹੋ ਕੋਰਟ ਵਿੱਚ ਜਾ ਕੇ। ਹੁਣ ਕੀ ਇਸ ਲਿਮਿਟ ਨੂੰ ਵੀ ਵਧਾਇਆ ਗਿਆ? ਇਸ ਨਵੇਂ ਐਕਟ ਦੇ ਵਿੱਚ ਜਿਹੜਾ ਡਿਸਟ੍ਰਿਕਟ ਫੋਰਮ ਹੁੰਦਾ ਹੈ, ਜੋ ਸਭ ਤੋਂ ਨਿਚਲਾ ਜਿਹਨੂੰ ਫੋਰਮ ਕਹਿੰਦੇ ਨੇ, ਤੁਹਾਡੇ ਘਰ ਦੇ ਬਿਲਕੁਲ ਲਾਗੇ ਵਾਲਾ, ਉਹ ਡਿਸਟ੍ਰਿਕਟ ਫੋਰਮ ਵਿੱਚ ਪਹਿਲੇ 1 ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਦੀ ਕੰਪਲੇਂਟ ਪਾਈ ਜਾ ਸਕਦੀ ਸੀ। ਠੀਕ ਹੈ। ਹੁਣ ਇਹ ਮੱਦੇਨਜ਼ਰ ਰੱਖਦੇ ਹੋਏ ਕਿ ਕੰਜ਼ਿਊਮਰਸ ਨੂੰ ਦਿੱਕਤ ਨਾ ਹੋਵੇ ਤੇ ਆਪਣੇ ਘਰ ਦੇ ਸਭ ਤੋਂ ਨੇੜੇ ਵਾਲੇ ਫੋਰਮ ਵਿੱਚ ਉਹਨਾਂ ਨੂੰ ਸਭ ਤੋਂ ਜ਼ਿਆਦਾ ਸਹੂਲੀਅਤ ਮਿਲੇ, ਉਹ ਜੁਰਿਸਡਿਕਸ਼ਨ ਨੂੰ ਵਧਾ ਕੇ 20 ਲੱਖ ਤੋਂ 1 ਕਰੋੜ ਕਰ ਦਿੱਤਾ ਗਿਆ। ਇਹਦਾ ਮਤਲਬ ਇਹ ਹੋ ਗਿਆ ਕਿ ਜੀ ਮੈਂ ਭਾਵੇਂ ਇੱਕ ਮਾਰੂਤੀ ਕਾਰ ਖਰੀਦਾਂ, ਭਾਵੇਂ ਮੈਂ ਮਰਸੀਡੀਜ਼ ਖਰੀਦਾਂ, ਜੇ ਮੈਨੂੰ ਦਿੱਕਤ ਆ ਰਹੀ ਹੈ ਤਾਂ ਮੈਨੂੰ ਆਪਣੇ ਘਰ ਦੇ ਬਿਲਕੁਲ ਲਾਗੇ ਵਾਲੇ ਡਿਸਟ੍ਰਿਕਟ ਫੋਰਮ ਵਿੱਚ ਜਾਣਾ ਪਏਗਾ। ਮੈਨੂੰ ਸਟੇਟ ਕਮਿਸ਼ਨ ਵਿੱਚ ਨਹੀਂ ਜਾਣਾ ਪਏਗਾ ਜੋ ਉਸ ਤੋਂ ਉੱਪਰ ਹੁੰਦਾ ਹੈ। ਠੀਕ ਹੈ। ਸਟੇਟ ਕਮਿਸ਼ਨ ਜਿਹੜਾ ਉਸ ਤੋਂ ਉੱਪਰ ਹੁੰਦਾ ਉਹਦੀ ਜੁਰਿਸਡਿਕਸ਼ਨ ਕਰ ਦਿੱਤੀ ਹੈ ਜੀ 1 ਕਰੋੜ ਤੋਂ ਲੈ ਕੇ 10 ਕਰੋੜ ਤੱਕ। ਠੀਕ ਹੈ। ਜਿਹੜੀ ਪਹਿਲੇ ਘੱਟ ਸੀਗੀ ਹੁਣ ਇਹ ਵੀ ਬਹੁਤ ਵਧਾ ਦਿੱਤੀ ਹੈ। 20 ਲੱਖ ਤੋਂ ਹੁਣ 1 ਕਰੋੜ ਜਿਹੜੀ ਹੈ ਡਿਸਟ੍ਰਿਕਟ ਫੋਰਮ ਵਿੱਚ 1 ਕਰੋੜ ਤੱਕ ਹੋ ਗਿਆ। 1 ਕਰੋੜ ਤੋਂ 10 ਕਰੋੜ ਤੱਕ ਤੁਹਾਡਾ ਸਟੇਟ ਕਮਿਸ਼ਨ ਵਿੱਚ ਹੋ ਗਿਆ। ਉਸ ਤੋਂ ਉੱਪਰ ਤੁਸੀਂ ਸਿੱਧਾ ਨੈਸ਼ਨਲ ਕਮਿਸ਼ਨ ਜਾ ਸਕਦੇ ਹੋ। ਠੀਕ ਹੈ। ਇੱਕ ਅਥਾਰਟੀ ਦਾ ਹੁਣ ਇਸ ਸਮੇਂ ਗਠਨ ਕੀਤਾ ਗਿਆ ਹੈ, ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ। ਇਸ ਦੀ ਕੀ ਜ਼ਰੂਰਤ ਸੀ ਇਸ ਅਥਾਰਟੀ ਨੂੰ ਗਠਨ ਕਰਨ ਦੇ ਪਿੱਛੇ, ਔਰ ਕਿਸ ਤਰ੍ਹਾਂ ਕੰਮ ਕਰੇਗੀ ਅਥਾਰਟੀ? ਦੇਖੋ ਜੀ, ਮੈਂ ਜਿੱਥੇ ਤੱਕ ਮੈਂ ਸਮਝਦਾ ਹਾਂ, ਇਹ ਅਥਾਰਟੀ ਗਠਨ ਕਰਨ ਤੋਂ ਬਾਅਦ ਇਹ ਇੰਨਾ ਜ਼ਿਆਦਾ ਬੈਨੀਫਿਟ ਦੇ ਸਕਦੀ ਹੈ ਕੰਜ਼ਿਊਮਰਸ ਨੂੰ ਐਜ਼ ਅ ਕਲਾਸ ਕਿ ਅਸੀਂ ਹਾਲੇ ਸੋਚ ਨਹੀਂ ਸਕਦੇ। ਇਹ ਉਹ ਜ਼ਰੂਰਤ ਸੀਗੀ ਜਿਹੜੀ ਇਸ ਟਾਈਮ ਸੈਂਟਰਲ ਗੌਰਮੈਂਟ ਨੇ ਸਮਝ ਕੇ ਇਹਦੇ ਗਠਨ ਕਰਕੇ ਇਸ ਨਾਯਾਬ ਤੋਹਫੇ ਨੂੰ ਸਾਨੂੰ ਦਿੱਤਾ। ਮੈਂ ਤਾਂ ਇਹ ਕਹਾਂਗਾ ਇਹ ਉਹ ਅਥਾਰਟੀ ਹੈਗੀ ਹੈ, ਰੈਗੂਲੇਟਰੀ ਅਥਾਰਟੀ ਦੀ ਕੰਮ ਕਰੇਗੀ। ਕੋਈ ਵੀ ਮੈਨੂਫੈਕਚਰਰ, ਕੋਈ ਵੀ ਡਿਸਟ੍ਰੀਬਿਊਟਰ ਹੋਵੇ, ਸਰਵਿਸ ਹੋਵੇ ਚਾਹੇ ਪ੍ਰੋਡਕਟ ਹੋਵੇ, ਜੇ ਉਹ ਕੋਈ ਵੀ ਗਲਤ ਕੰਮ ਕਰ ਰਹੇ ਨੇ ਜਿਹੜਾ ਕੰਜ਼ਿਊਮਰ ਦੇ ਖਿਲਾਫ ਜਾਵੇ ਜੀ, ਇਹ ਅਥਾਰਟੀ ਉਹਨੂੰ ਚੈਲੰਜ ਕਰੇਗੀ, ਉਹਨੂੰ ਪੀਨਲਾਈਜ਼ ਕਰੇਗੀ। ਇਹਦੇ ਜੇਲ੍ਹ ਦਾ ਪ੍ਰਾਵਧਾਨ ਵੀ ਰੱਖਿਆ ਇਹਨਾਂ ਨੇ ਜੀ। ਜੇ ਤੁਸੀਂ ਮਿਸਰਿਪਰੈਜ਼ੈਂਟ ਕਰਦੇ ਹੋ ਕਸਟਮਰਸ ਨੂੰ, ਜੇ ਤੁਸੀਂ ਕੋਈ ਦਿੱਕਤ ਦੇ ਰਹੇ ਹੋ, ਬੜੀ ਵਾਰ ਆਉਂਦਾ ਹੈ ਕਿ ਜੀ ਇੱਕ ਪ੍ਰੋਡਕਟ ਵਿੱਚ ਇਨਹੈਰੈਂਟ ਫਾਲਟ ਹੈ, ਭਾਵੇਂ ਉਹ ਟੀਵੀ ਹੋਵੇ, ਭਾਵੇਂ ਫ੍ਰਿਜ ਹੋਵੇ, ਭਾਵੇਂ ਗੱਡੀਆਂ ਹੋਣ, ਭਾਵੇਂ ਫੈਨ, ਭਾਵੇਂ ਏਸੀ। ਜੇ ਉਹ ਪ੍ਰੋਡਕਟ ਕਲੈਕਟਿਵਲੀ ਖਰਾਬ ਹੈ, ਉਹਦੇ ਵਿੱਚ ਇਨਹੈਰੈਂਟ ਡਿਫਾਲਟ ਹੈ ਤੇ ਉਹ ਵੇਚਿਆ ਜਾ ਰਿਹਾ ਬਾਰ-ਬਾਰ, ਇਹ ਜਾਣਨ ਤੋਂ ਬਾਅਦ ਵੀ ਕਿ ਉਹ ਖਰਾਬ ਹੈ, ਦਵਾਈਆਂ ਦਿੱਤੀਆਂ ਜਾ ਰਹੀਆਂ ਜਿਹਦੇ ਪਤਾ ਹੋਵੇ ਜਿਹਦੇ ਸਾਈਡ ਇਫੈਕਟ ਨੇ, ਫਿਰ ਵੀ ਦਿੱਤੀ ਜਾ ਰਹੀਆਂ ਜੀ, ਉਹ ਉਸ ਟਾਈਮ ਵਿੱਚ ਇਹ ਅਥਾਰਟੀ, ਰੈਗੂਲੇਟਰੀ ਅਥਾਰਟੀ ਕਹਿ ਸਕਦੀ ਹੈ ਕਿ ਜੀ ਸਾਰਾ ਕੁਝ ਵਾਪਸ ਲਓ, ਰਿਕਾਲ ਕਰਾ ਸਕਦੀ ਹੈ ਪ੍ਰੋਡਕਟ, ਰਿਫੰਡ ਕਰਾ ਸਕਦੀ ਹੈ ਪੈਸੇ ਜੀ, ਉਹਨਾਂ ਨੂੰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪੀਨਲਾਈਜ਼ ਕਰ ਸਕਦੀ ਹੈ, 2 ਸਾਲ ਦੀ ਸਜ਼ਾ, 10 ਲੱਖ ਰੁਪਏ ਤੱਕ ਦੀ ਸਜ਼ਾ। ਮਤਲਬ ਇਹ ਉਹ ਚੀਜ਼ ਹੈਗੀ ਜਿਹਦੇ ਨਾਲ ਕੰਜ਼ਿਊਮਰ ਨੂੰ ਬਾਹਾਂ ਮਿਲਣਗੀਆਂ ਕਿ ਉਹ ਅੱਗੇ ਵਧ ਕੇ ਆਵਾਜ਼ ਨੂੰ ਹੋਰ ਬੁਲੰਦ ਕੀਤਾ। ਬਿਲਕੁਲ ਠੀਕ ਗੱਲ ਹੈ। ਤੇ ਇਹਦੇ 'ਚ ਸਭ ਤੋਂ ਅੱਛੀ ਗੱਲ ਹੋਰ ਹੈ ਜਿਹੜਾ ਅੱਜ ਤੱਕ ਇੰਡੀਆ 'ਚ ਕਦੀ ਨਹੀਂ ਹੋਇਆ ਸੀ, ਉਹਨੂੰ ਕਹਿੰਦੇ ਕਲਾਸ ਐਕਸ਼ਨ ਸੂਟ। ਓਕੇ। ਜਿਹੜਾ ਅਮਰੀਕਾ ਤੇ ਹੋਰ ਦੂਜੇ ਦੇਸ਼ਾਂ 'ਚ ਬਹੁਤ ਜ਼ਿਆਦਾ
ਐਪਲੀਕੇਬਲ ਹੈਗਾ ਜੀ। ਇਹਦੇ ਚ ਹੁੰਦਾ ਕਿ ਜਿਵੇਂ ਮੈਂ ਇਕੱਲਾ ਕੰਜ਼ਿਊਮਰ ਹੈਗਾ ਪਰ ਮੇਰੇ ਵਰਗੇ 4-5 ਬੰਦੇ ਹੋਰ ਨੇ ਜਿਨ੍ਹਾਂ ਨੇ ਸੇਮ ਚੀਜ਼ ਖਰੀਦੀ ਹੈ ਤੇ ਉਹ ਦੁਖੀ ਨੇ। ਮੋਟਰਸਾਈਕਲ ਲਈ ਹੋਵੇ, ਫੋਨ ਲਿਆ ਹੋਵੇ, ਮੈਂ ਗੱਡੀ ਲਈ ਹੋਵੇ, ਮੈਂ ਕੋਈ ਸਰਵਿਸ ਲਈ ਹੋਵੇ, ਜੇ ਉਹ ਕੰਮ ਨਹੀਂ ਕਰ ਰਿਹਾ ਤੇ ਉਹ ਇੱਕੋ ਸਰਵਿਸ ਦੇ ਜਾਂ ਇੱਕ ਪ੍ਰੋਡਕਟ ਦੇ ਖਿਲਾਫ ਬੜੀਆਂ ਕੰਪਲੇਂਟ ਆਈਆਂ ਤਾਂ ਉਹਨੂੰ ਸਾਰਿਆਂ ਨੂੰ ਕਲੱਬ ਕਰਕੇ ਕਲਾਸ ਐਕਸ਼ਨ ਸੂਟ ਬਣਾ ਕੇ ਉਸ ਕੰਪਨੀ ਦੇ ਖਿਲਾਫ, ਉਸ ਆਦਮੀ ਦੇ ਖਿਲਾਫ ਜਿਹੜਾ ਵੇਚ ਰਹੇ ਨੇ, ਉਹਨੂੰ ਦੇ ਰਹੇ ਨੇ, ਡਿਸਟ੍ਰੀਬਿਊਟ ਕਰ ਰਹੇ ਨੇ ਤੇ ਉਹ ਕੰਪਨੀ ਜਿਹੜੀ ਮੈਨੂਫੈਕਚਰ ਕਰ ਰਹੀ ਹੈ ਉਹਦੇ ਖਿਲਾਫ ਐਕਸ਼ਨ ਲਿੱਤਾ ਜਾ ਸਕਦਾ। ਯਾਨੀ ਕਿ ਇਸ ਤੋਂ ਪਹਿਲਾਂ ਅਥਾਰਟੀ ਸਾਡੇ ਕੋਲ ਕੋਈ ਵੀ ਨਹੀਂ ਸੀ। ਅੱਜ ਤੋਂ ਪਹਿਲੇ ਇੰਡੀਆ 'ਚ ਕਲਾਸ ਐਕਸ਼ਨ ਸੂਟ ਦਾ ਕੋਈ ਸਿਸਟਮ ਨਹੀਂ ਸੀਗਾ। ਉਹ PIL ਦੀ ਤਰ੍ਹਾਂ ਲੱਗ ਸਕਦਾ ਸੀ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਵਿੱਚ ਅਸੀਂ ਕੁਝ ਕਰ ਰਹੇ ਹਾਂ ਪਬਲਿਕ ਇੰਟਰਸਟ ਲਈ, ਪਰ ਇਹ ਪਰਟੀਕੂਲਰ ਇੱਕ ਸਬਜੈਕਟ ਬਾਰੇ ਦੀ ਗੱਲ ਹੈਗੀ ਹੈ ਜਿਹਦੇ ਸਾਰੇ ਇਕੱਠੇ ਹੋ ਕੇ ਇੱਕ ਪ੍ਰੋਡਕਟ ਦੇ ਨਾਲ ਜਾਂ ਇੱਕ ਸਰਵਿਸ ਦੇ ਨਾਲ ਦੁਖੀ ਹਾਂ, ਉਹਦਾ ਕੀ ਤੁਸੀਂ ਰੈਮੇਡੀ ਦੇ ਸਕਦੇ ਹੋ, ਉਹਦਾ ਕਿਵੇਂ ਨਿਵਾਰਨ ਹੋ ਸਕਦਾ, ਇਕੱਠੇ ਮਿਲ ਕੇ ਕਰ ਸਕਦੇ ਹਾਂ। ਇਹ ਪਹਿਲੀ ਵਾਰ ਹੋਇਆ। ਠੀਕ ਹੈ, ਹੁਣ ਅਸੀਂ ਗੱਲ ਕਰਦੇ ਹਾਂ ਐਡਵਰਟੀਜ਼ਮੈਂਟ ਸੀ। ਜੇਕਰ ਅਸੀਂ ਐਡਵਰਟੀਜ਼ਮੈਂਟ ਇੰਡਸਟਰੀ ਵਿੱਚ ਜਾਈਏ ਤਾਂ ਅੱਜ ਸਾਡੇ ਸਾਹਮਣੇ ਹਜ਼ਾਰਾਂ ਲੱਖਾਂ ਐਡਵਰਟੀਜ਼ਮੈਂਟ ਮੌਜੂਦ ਨੇ ਜੋ ਕਿ ਸਿਰਫ ਗਾਹਕਾਂ ਨੂੰ ਵਰਗਲਾਉਣ ਦਾ ਕੰਮ ਕਰਦੀਆਂ ਨੇ। ਉਹਦੇ ਬਾਰੇ ਵੀ ਇਸ ਵਿੱਚ ਕੋਈ ਕਲੌਜ਼ ਮੌਜੂਦ ਹੈ? ਇਹ ਪਹਿਲੀ ਵਾਰ ਹੋਇਆ ਹੈ ਜੀ ਕਿ ਐਡਵਰਟੀਜ਼ਮੈਂਟ ਪ੍ਰੋਡਕਟ ਦੀ ਐਡਵਰਟੀਜ਼ਮੈਂਟ ਤੇ ਜਿਹੜਾ ਸਟਾਰ ਉਹਨੂੰ ਐਂਡੋਰਸ ਕਰ ਰਿਹਾ ਜੀ, ਦੋਨਾਂ ਤੇ ਲਾਇਬਿਲਿਟੀ ਆਉਂਦੀ ਹੈ। ਮੈਂ ਤੁਹਾਨੂੰ ਹੁਣ ਥੋੜਾ ਜਿਹਾ ਉਹਨੂੰ ਐਕਸਪਲੇਨ ਕਰਦਾ। ਜਿਵੇਂ ਇੱਕ ਪ੍ਰੋਡਕਟ ਹੋਵੇ, ਮੈਂ ਸਿਰਫ ਅਮੂਮੀ ਤੌਰ ਤੇ ਕਹਿ ਰਿਹਾ, ਐਗਜ਼ਾਮਪਲ ਦੇ ਤੌਰ ਤੇ, ਕਿ ਫੇਅਰਨੈਸ ਕਰੀਮਸ, ਇੰਡੀਆ 'ਚ ਫੇਅਰਨੈਸ ਕਰੀਮ ਦਾ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ। ਠੀਕ ਹੈ, ਕੋਈ ਕੰਪਨੀ ਐਡਵਰਟਾਈਜ਼ ਕਰੇ ਕਿ ਜੀ ਇਹ ਮੈਂ ਫੇਅਰਨੈਸ ਕਰੀਮ ਦੇ ਰਹੀ ਹਾਂ, ਤੁਸੀਂ ਰਾਤੋਂ ਰਾਤ ਗੋਰੇ ਹੋ ਜਾਓਗੇ, ਤੇ ਇਹ ਝੂਠ ਹੋਵੇ। ਮੈਂ ਕਹਿੰਦੀ ਹੈ ਝੂਠ ਹੋਵੇਗਾ। ਠੀਕ ਹੈ, ਕੋਈ ਕਹੇ ਜੀ ਕਿ ਮੇਰਾ ਇਹ ਪ੍ਰੋਡਕਟ ਨਾਲ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ ਵਿਦਿਨ 2 ਮਿੰਟਸ, ਤੇ ਉਹ ਗਲਤ ਹੋਵੇ। ਮੈਂ ਕੋਈ ਹੋਰ ਪ੍ਰਚਲਿਤ ਪ੍ਰਚਾਰ ਕਰਾਂ ਐਡਵਰਟਾਈਜ਼ਮੈਂਟ ਦੇ ਨਾਲ ਜਿਹੜਾ ਮੈਨੂੰ ਮੈਨੂਫੈਕਚਰਰ ਨੂੰ ਆਪ ਪਤਾ ਹੋਵੇ ਕਿ ਇਹ ਗਲਤ ਹੈਗਾ, ਤੇ ਉਸ ਆਦਮੀ ਤੇ ਉਸ ਕੰਪਨੀ ਤੇ 10 ਲੱਖ ਰੁਪਏ ਦਾ ਫਾਈਨ ਲਗਾ ਸਕਦਾ ਹੈ। ਇਹ ਫੋਰਮ ਜਿਹਦੇ ਹੁਣ ਅਸੀਂ ਗੱਲ ਕਰ ਰਹੇ ਸੀ ਜੀ, ਅਥਾਰਟੀ ਇਹ ਫਾਈਨ ਲਗਾ ਸਕਦੀ ਉਹਨਾਂ ਤੇ ਪਹਿਲੀ ਵਾਰ ਹੋਇਆ ਹੈ ਹਿੰਦੁਸਤਾਨ ਦੇ ਵਿੱਚ ਕਿ ਜਿਹੜਾ ਸਟਾਰ ਉਹਨੂੰ ਐਂਡੋਰਸ ਕਰ ਰਿਹਾ ਪ੍ਰੋਡਕਟ ਨੂੰ। ਸੋ ਮੰਨ ਲਓ ਜੀ ਇੱਕ ਗੱਡੀ ਹੈਗੀ ਹੈ, ਫਿਰ ਦੁਬਾਰਾ ਅਸੀਂ ਉਹਦੇ ਤੇ ਪਹੁੰਚ ਜਾਂਦੇ ਹਾਂ, ਜਾਂ ਕੋਈ ਕੱਪੜੇ ਹੈਗੇ ਨੇ, ਜਾਂ ਕੋਈ ਹੋਰ ਤੇਲ ਹੋਵੇ, ਵਾਸ਼ਿੰਗ ਪਾਊਡਰ ਹੋਵੇ, ਕੋਈ ਵੀ ਹੋਵੇ, ਜਿਹੜਾ ਸਟਾਰ ਉਹਨੂੰ ਐਂਡੋਰਸ ਕਰ ਰਿਹਾ ਹੈ ਉਹਦੀ ਰਿਸਪੌਂਸਿਬਿਲਿਟੀ ਬਣੀ ਗਈ ਹੈ ਇਹਦੇ ਵਿੱਚ ਕਿ ਤੁਸੀਂ ਆਪ ਆਪਣੇ ਤੌਰ ਤੇ, ਆਪਣੇ ਪਰਸਨਲ ਤੌਰ ਤੇ ਇਹਨੂੰ ਚੈੱਕ ਕਰੋ ਤੇ ਕਨਫਰਮ ਕਰੋ ਕਿ ਜਿਹਦੀ ਤੁਸੀਂ ਐਡਵਰਟਾਈਜ਼ਮੈਂਟ ਕਰ ਰਹੇ ਹੋ ਉਹ ਬਿਲਕੁਲ ਸਹੀ ਪ੍ਰੋਡਕਟ ਹੈ, ਉਹ ਜੋ ਤੁਸੀਂ ਦਾਵਾ ਕਰ ਰਹੇ ਹੋ ਉਹ ਦਾਵਾ ਠੀਕ ਹੈ। ਇਹ ਤੁਹਾਨੂੰ ਖੁਦ ਨੂੰ ਰੈਗੂਲਾਈਜ਼ ਕਰਨਾ ਪਏਗਾ ਕਿ ਜਿਹੜਾ ਤੁਸੀਂ ਦਾਵਾ ਕਰ ਰਹੇ ਹੋ ਠੀਕ ਹੈ ਕਿ ਨਹੀਂ ਹੈ ਜੀ। ਤੇ ਜੇ ਉਹ ਦਾਵਾ ਗਲਤ ਨਿਕਲਦਾ ਹੈ ਤੇ ਉਸ ਸਟਾਰ ਨੂੰ ਜਿਹੜਾ ਉਹਨੂੰ ਐਂਡੋਰਸ ਕਰ ਰਿਹਾ ਹੈ ਉਹਨੂੰ ਐਂਡੋਰਸਮੈਂਟ ਕਰਨ ਤੋਂ 1 ਸਾਲ ਤੱਕ ਦਾ ਬੈਨ ਲੱਗ ਸਕਦਾ ਕਿਸੇ ਪ੍ਰੋਡਕਟ ਤੇ, ਤੇ ਰਿਪੀਟ ਹੋਵੇ ਤੇ 5 ਸਾਲ ਤੱਕ ਦਾ ਬੈਨ ਲੱਗ ਸਕਦਾ ਕਿ ਤੁਸੀਂ ਹੋਰ ਕੋਈ ਪ੍ਰੋਡਕਟ ਐਂਡੋਰਸ ਨਹੀਂ ਕਰੋਗੇ। ਇਸ ਕਰਕੇ ਜਿਹੜੀ ਕੰਪਨੀ ਉਹਨੂੰ ਵੇਚ ਰਹੀ ਹੈ, ਜਿਹੜੇ ਐਡਵਰਟਾਈਜ਼ਮੈਂਟ ਬਣਾ ਰਹੇ ਨੇ ਤੇ ਜਿਹੜਾ ਉਹਨੂੰ ਐਂਡੋਰਸ ਕਰ ਰਿਹਾ, ਸਾਰਿਆਂ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਕਿਸੇ ਵੀ ਤਰ੍ਹਾਂ ਗਾਹਕ ਨੂੰ ਮਿਸਲੀਡ ਨਾ ਕਰੋ। ਠੀਕ ਹੈ, ਉਹ ਐਡਵਰਟਾਈਜ਼ਮੈਂਟ ਜਿਹੜੀ ਉਹ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਭਾਵੇਂ ਉਹ ਕਿ ਬ੍ਰੋਸ਼ਰ ਹੋਵੇ, ਭਾਵੇਂ ਉਹ ਪ੍ਰਿੰਟ ਐਡਵਰਟਾਈਜ਼ਮੈਂਟ ਹੋਵੇ, ਟੀਵੀ ਹੋਵੇ, ਰੇਡੀਓ ਹੋਵੇ, ਕਿਸੇ ਵੀ ਤਰ੍ਹਾਂ ਦੀ। ਐਬਸੋਲੂਟਲੀ ਕਰੈਕਟ। ਜਿਹੜੀ ਵੀ ਐਡਵਰਟਾਈਜ਼ਮੈਂਟ ਦੀ ਡੈਫੀਨੇਸ਼ਨ ਹੈ ਕਿ ਆਪਣਾ ਪ੍ਰੋਡਕਟ ਨੂੰ ਅੱਛਾ ਦਿਖਾ ਕੇ ਵੇਚਣਾ। ਜੀ, ਦਿਸ ਇਜ਼ ਕਾਲਡ ਐਡਵਰਟਾਈਜ਼ਮੈਂਟ। ਬਿਲਕੁਲ। ਇਫ ਯੂ ਹੈਵ ਅ ਪ੍ਰੋਡਕਟ ਔਰ ਅ ਸਰਵਿਸ ਔਰ ਐਨੀਥਿੰਗ ਯੂ ਵਾਂਟ ਟੂ ਸੈਲ, ਤੁਸੀਂ ਉਹਨੂੰ ਇੱਕ ਪੇਪਰ ਤੇ ਲਿਖ ਕੇ ਭਾਵੇਂ ਦਿਓ, ਤੁਸੀਂ ਪੈਂਫਲੇਟ ਦੇ ਤੌਰ ਤੇ, ਭਾਵੇਂ ਉਹਨੂੰ ਤੁਸੀਂ ਬੋਰਡ ਤੇ ਲਗਾ ਦਿਓ ਜਿਵੇਂ ਸੜਕਾਂ ਤੇ ਬੋਰਡ ਲੱਗੇ ਹੁੰਦੇ ਨੇ, ਭਾਵੇਂ ਤੁਸੀਂ ਰੇਡੀਓ ਤੇ ਐਡਵਰਟਾਈਜ਼ ਕਰੋ, ਭਾਵੇਂ ਉਹ ਮੀਡੀਆ 'ਚ ਐਡਵਰਟਾਈਜ਼ ਕਰੋ। ਐਡਵਰਟਾਈਜ਼ਮੈਂਟ ਦਾ ਪਰਪਸ ਹੈ ਕਿ ਗਾਹਕ ਦੀ ਅਟੈਂਸ਼ਨ ਲੈ ਕੇ ਉਹਨੂੰ ਸਮਾਨ ਵੇਚਣਾ ਹੈ ਜੀ। ਜੇ ਇਹ ਐਕਸਰਸਾਈਜ਼ ਵਿੱਚ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਆਪਣੇ ਪ੍ਰੋਡਕਟ ਜਾਂ ਸਰਵਿਸ ਬਾਰੇ ਕੁਝ ਕਲੇਮ ਕਰਦੇ ਹੋ ਜਿਹੜਾ ਇਨਹੈਰੈਂਟਲੀ ਗਲਤ ਹੈ, ਉਹਨੂੰ ਕਹਿੰਦੇ ਨੇ ਮਿਸਲੀਡ ਕਰਨਾ। ਠੀਕ ਹੈ, ਇੱਥੇ ਇੱਕ ਨਾ ਸਵਾਲ ਮੈਂ ਇੱਥੇ ਹੋਰ ਜੋੜਨਾ ਚਾਹਾਂਗਾ ਕਿ ਅਸੀਂ ਐਡਵਰਟਾਈਜ਼ਮੈਂਟ ਦੀ ਗੱਲ ਤਾਂ ਕਰ ਲਈ, ਇੱਕ ਅਗਰ ਪ੍ਰੋਡਕਟ ਅਸੀਂ ਕੰਪਨੀ ਦਾ ਪ੍ਰੋਡਕਟ ਤਾਂ ਖਰੀਦਣਾ, ਲੇਕਿਨ ਅਸੀਂ ਖਰੀਦ ਕਿੱਥੋਂ ਰਹੇ ਹਾਂ? ਇੱਕ ਦੁਕਾਨਦਾਰ ਤੋਂ। ਇੱਕ ਛੋਟਾ ਜਿਹਾ ਦੁਕਾਨਦਾਰ ਹੈ, ਉਹ ਹੀ ਉਸ ਪ੍ਰੋਡਕਟ ਨੂੰ ਵੇਚ ਰਿਹਾ ਹੈ, ਕੀ ਉਸ ਦੁਕਾਨਦਾਰ ਦੀ ਵੀ ਲਾਇਬਿਲਿਟੀ ਬਣਦੀ ਹੈ? ਉਹ ਵੀ ਰਿਸਪੌਂਸਿਬਲ ਹੈ? ਇਸ ਐਕਟ ਦੇ ਹਿਸਾਬ ਨਾਲ ਜਿਹੜਾ ਨਵਾਂ ਹੈ, ਇਹਦੇ ਵਿੱਚ ਪ੍ਰੋਡਕਟ ਮੈਨੂਫੈਕਚਰ, ਸਰਵਿਸ ਪ੍ਰੋਵਾਈਡਰ ਤੇ ਦੇ ਪ੍ਰੋਡਕਟ ਐਂਡ ਸਰਵਿਸ ਸੈਲਰ, ਤਿੰਨਾਂ ਦੀ ਰਿਸਪੌਂਸਿਬਿਲਿਟੀ ਹੈ। ਤੇ ਕੋਈ ਆਦਮੀ ਇਹ ਨਹੀਂ ਕਹਿ ਸਕਦਾ ਕਿ ਜੀ ਮੈਂ ਤਾਂ ਸਿਰਫ ਵੇਚ ਰਹਾ ਹੂੰ, ਮੈਨੇ ਬਣਾਇਆ ਥੋੜੀ ਨਾ ਹੈ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸਣਾ, ਇੰਟਰਨੈਟ।
ਅੱਜ ਕੱਲ ਸਾਰੀ ਦੁਨੀਆ ਇੰਟਰਨੈਟ ਤੇ ਹੈਗੀ ਹੈ ਜੀ। ਕਈ ਲੈਂਡਲਾਈਨ ਯੂਜ਼ ਕਰ ਰਹੇ ਨੇ, ਕਈ ਬ੍ਰੌਡਬੈਂਡ ਯੂਜ਼ ਕਰ ਰਹੇ ਨੇ, ਕਈ ਦੂਜੀ ਤਰ੍ਹਾਂ ਕਰ ਰਹੇ ਨੇ, ਲੀਜ਼ ਲਾਈਨਸ ਲੀਜ਼ ਲਾਈਨ ਯੂਜ਼ ਕਰ ਰਹੇ। ਮੇਰਾ ਬ੍ਰੌਡਬੈਂਡ ਲੱਗਾ ਮੇਰੇ ਕੋਲ ਬ੍ਰੌਡਬੈਂਡ ਹੈ ਤੇ ਮੈਂ ਉਹਨੂੰ ਯੂਜ਼ ਕਰਨਾ ਚਾਹ ਰਿਹਾ ਤੇ ਉਹ ਬਾਰ-ਬਾਰ ਜਾਂ ਤਾਂ ਡਾਊਨ ਹੋ ਜਾਂਦਾ ਜੀ, ਜਾਂ ਸਪੀਡ ਮੈਨੂੰ ਉਸ ਤਰ੍ਹਾਂ ਨਹੀਂ ਮਿਲ ਜਾਂ ਪਾਦੀ ਜੋ promise ਕਲੇਮ ਕੀਤਾ ਕੀਤੀ ਗਿਆ। ਗਈ ਹੈ ਸਪੀਡ, ਪ੍ਰੋਮਿਸ ਕੀਤੀ ਗਈ ਸਪੀਡ, ਉਨੀ ਸਪੀਡ ਨਹੀਂ ਦੇ ਨਹੀਂ ਦਿੱਤੀ ਜਾ ਰਹੀ। ਹਾਂਜੀ 100 Mbps ਨਹੀਂ ਆ ਰਹੀ, ਤਾਂ ਮੇਰੇ ਕੋਲ ਰਾਈਟ ਹੈ ਕਿ ਮੈਂ ਨਾਟ ਓਨਲੀ ਆਈ ਕੈਨ ਸਿਊ, ਮੈਂ ਉਹ ਕੇਸ ਪਾ ਸਕਦਾ ਉਸ ਕੰਪਨੀ ਤੇ ਜਿਹਨੇ ਮੈਨੂੰ ਜਿਹਦੀ ਉਹ ਬ੍ਰੌਡਬੈਂਡ ਹੈ ਜੀ, ਪਰ ਉਸ ਤੇ ਵੀ ਪਾ ਸਕਦਾ ਜਿਹਨੇ ਮੈਨੂੰ ਇਹ ਵੇਚਿਆ, ਉਹਦੀ ਡਿਸਟ੍ਰੀਬਿਊਟਰ ਤੁਹਾਨੂੰ ਜਿਹਨੇ ਮੈਨੂੰ ਸਰਵਿਸ ਵੇਚਿਆ ਜੀ, ਤੀਜਾ ਜਿਹਨੇ ਮੈਨੂੰ ਸਰਵਿਸ ਦਿੱਤੀ ਹੈ, ਜਿਹਨੇ ਘਰ ਆ ਕੇ ਲਾਇਆ। ਓਕੇ, ਤੇ ਤਿੰਨੋਂ ਬੰਦੇ ਜਿਹੜੇ ਇਸ ਲਾਈਨ ਵਿੱਚ ਹੈਗੇ ਨੇ, ਆਈ ਕੈਨ ਸੀ ਆਲ 3 ਤੇ ਇਹ ਕਾਮਨ ਲਾਇਬਿਲਿਟੀ ਹੈ ਇਹਨਾਂ ਦੀ ਕਿ ਮੇਰੀ ਜਿਹੜੀ ਵੀ ਹੈਗੀ ਕੰਪਨਸੇਸ਼ਨ ਮੈਨੂੰ ਦਿੱਤਾ ਜਾਏ ਮੇਰੇ ਡੈਮੇਜਸ ਜੀ। ਤੇ ਇਹਦੇ ਹਿਸਾਬ ਨਾਲ ਤੁਹਾਨੂੰ ਗਾਹਕ ਨੂੰ ਕੁਝ ਵੀ ਸਹਿਣ ਦੀ ਜ਼ਰੂਰਤ ਨਹੀਂ ਹੈ। ਜਿੱਥੇ ਤੁਹਾਡੀ ਤਕਲੀਫ, ਤੁਹਾਨੂੰ ਦਿੱਕਤ ਆਏ ਤੁਹਾਡੀ ਸਰਵਿਸ ਵਿੱਚ, ਭਾਵੇਂ ਤੁਹਾਡੇ ਪ੍ਰੋਡਕਟ ਦੇ ਵਿੱਚ, ਤੁਸੀਂ ਆਪਣੀ ਆਵਾਜ਼ ਬੁਲੰਦ ਕਰਕੇ ਉਹਦਾ ਰਿਫੰਡ, ਉਹਦਾ ਕਲੇਮ ਤੇ ਆਪਣੇ ਡੈਮੇਜਸ ਤੁਸੀਂ ਮੰਗ ਸਕਦੇ ਹੋ। ਚਲੋ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ। ਔਰ ਮੈਨੂੰ ਲੱਗਦਾ ਹੈ ਕਿ ਅਸੀਂ ਬਿਲਕੁਲ ਇੰਤਹਾ ਤੱਕ ਗਏ ਹਾਂ ਔਰ ਗਾਹਕਾਂ ਦੀ ਪੂਰੀ ਅਸੀਂ ਗੱਲ ਕੀਤੀ ਹੈ ਔਰ ਗਾਹਕਾਂ ਦੇ ਹਰ ਇੱਕ ਜਿਹੜੇ ਸਵਾਲ ਮੈਂ ਤੁਹਾਡੇ ਤੋਂ ਪੁੱਛੇ ਨੇ ਔਰ ਇਸ ਜਿਹੜਾ ਨਵਾਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜਿਹੜਾ ਬਣਿਆ ਹੈਗਾ ਕਿਸ ਤਰ੍ਹਾਂ ਨਾਲ ਇਹ ਕੰਮ ਕਰੇਗਾ ਔਰ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਸਾਡੇ ਲਈ ਇਹ ਫਾਇਦੇਮੰਦ ਰਹੇਗਾ, ਇਹ ਤਾਂ ਜ਼ਰੂਰ ਅਸੀਂ ਸਮੇਂ ਤੇ ਹੀ ਛੱਡ ਦਿੰਦੇ ਹਾਂ ਕਿਉਂਕਿ ਸਮਾਂ ਬੜਾ ਬਲਵਾਨ ਹੈਗਾ। ਸਮਾਂ ਹੀ ਦੱਸੇਗਾ ਕਿ ਇਹ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਸਾਥ ਦਿੰਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪੂਰੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਔਰ ਤੁਸੀਂ ਵੇਖ ਰਹੇ ਸੀ ਸਾਡੀ ਸਪੈਸ਼ਲ ਰਿਪੋਰਟ। ਅੱਜ ਦਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਜ਼ਰੂਰ ਤੁਸੀਂ ਆਪਣੇ ਵਿਚਾਰ ਦੱਸ ਸਕਦੇ ਹੋ, ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਧੰਨਵਾਦ।